ਇਮੀਗ੍ਰੇਸ਼ਨ ਤੇ ਆਈਏ ਜੀ, ਜਦ COVID-19 ਦਾ ਜਿਹੜਾ ਕੀ ਅਸਰ ਪਿਆ ਇਮੀਗ੍ਰੇਸ਼ਨ ਉੱਤੇ, ਮੈਨੂੰ ਲੱਗਦਾ ਲੋਕ ਉਹਨੇ ਤਾਂ ਸ਼ਾਇਦ ਨਹੀਂ ਆ ਸਕੇ ਹੋਣੇ, ਕਿਵੇਂ ਆ? ਬਿਲਕੁਲ ਜੀ। ਸੋ ਜਿਹੜੀਆਂ ਇੱਕ ਕਾਨਫਰੰਸ ਬੋਰਡ ਆਫ ਕੈਨੇਡਾ ਨੇ ਰੀਸੈਂਟ ਇੱਕ ਰਿਪੋਰਟ ਰਿਲੀਜ਼ ਕੀਤੀ ਹੈਗੀ ਹੈ। ਕਾਨਫਰੰਸ ਬੋਰਡ ਆਫ ਕੈਨੇਡਾ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚੋਂ ਸਾਲ 2020 ਨੂੰ ਐਨਾਲਾਈਜ਼ ਕੀਤਾ ਗਿਆ ਤੇ ਸਾਲ 2020 'ਚ 56% ਘੱਟ ਐਡਮਿਸ਼ਨਸ ਹੈਗੀਆਂ ਪਰਮਾਨੈਂਟ ਰੈਜ਼ੀਡੈਂਟਸ ਦੀਆਂ, 56%। ਵਾਓ। ਤੇ 33% ਘੱਟ ਐਡਮਿਸ਼ਨਸ ਨੇ ਟੈਂਪਰੇਰੀ ਰੈਜ਼ੀਡੈਂਟਸ ਦੀਆਂ। ਟੈਂਪਰੇਰੀ ਰੈਜ਼ੀਡੈਂਟ 'ਚ ਆਉਂਦੇ ਨੇ ਵਿਜ਼ਿਟਰ, ਵਰਕਰ, ਸਟੂਡੈਂਟ, ਇਹ ਟੈਂਪਰੇਰੀ ਰੈਜ਼ੀਡੈਂਟ ਦੇ ਵਿੱਚ ਆਉਂਦੇ ਨੇ। ਸੋ 33% ਉਹਨਾਂ ਦਾ ਨੰਬਰ ਘਟਿਆ ਤੇ 56% ਨੰਬਰ ਘਟਿਆ ਪਰਮਾਨੈਂਟ ਰੈਜ਼ੀਡੈਂਟਸ ਦਾ। ਸੋ ਆਪਾਂ ਨਾਟ ਈਵਨ ਕਲੋਜ਼ ਟੂ ਅਚੀਵਿੰਗ ਦੈਟ ਗੋਲ। ਤੇ ਆਹ ਸਾਲ ਦੇ ਵਿੱਚ ਵੀ ਹੁਣ ਜਿਹੜੇ ਲੋਟ ਟਰੈਵਲ ਰਿਸਟ੍ਰਿਕਸ਼ਨਸ ਚੱਲ ਰਹੀਆਂ ਨੇ ਤਾਂ ਲੱਗਦਾ ਨਹੀਂ, ਆਸ ਨਹੀਂ ਹੈਗੀ ਕਿ ਉਹ ਨੰਬਰਸ ਅਚੀਵ ਹੋ ਜਾਣਗੇ। ਹਾਂ, ਹੁਣ ਜਿਵੇਂ ਰੀਸੈਂਟ ਜਿਹੜੀਆਂ 90,000 ਐਪਲੀਕੇਸ਼ਨਸ ਲੈਣ ਦੀ ਗੱਲ ਕੀਤੀ ਸੀ ਜੀ। ਸੋ ਇਹ 90,000 ਐਪਲੀਕੇਸ਼ਨਸ ਦੇ ਵਿੱਚੋਂ ਅਮਰਗਿੰਦ ਜੀ ਜੇ ਨੂੰ ਦੇਖੀਏ ਤਾਂ ਇਕੱਲੀਆਂ 90,000 ਐਪਲੀਕੇਸ਼ਨ ਦਾ ਮਤਲਬ 90,000 ਲੋਕ ਨਹੀਂ ਹੈਗੇ। ਇੱਕ ਐਪਲੀਕੇਸ਼ਨ ਦੇ ਵਿੱਚੋਂ ਜੇ ਸਪਾਊਸ ਹੈ ਤਾਂ ਚਿਲਡਰਨ ਉਹਨੂੰ ਵੀ ਐਡ ਕਰਨਾ ਨਾ ਨਾਲ। 90,000 ਅਰਜ਼ੀਆਂ ਲੈ ਲਈਆਂ ਪਰ ਬੰਦੇ ਕਿਤੇ 90,000 ਤੋਂ ਜ਼ਿਆਦਾ ਹੋਣਗੇ। ਆਪਾਂ ਕਾਲ ਲੈ ਲਈ ਪਹਿਲਾਂ ਜੀ ਜ਼ਰੂਰ। ਲਓ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਜੀ? ਇਟਲੀ ਤੋਂ ਬੋਲ ਰਿਹਾ ਸਰ ਮੈਂ। ਸਤਿ ਸ਼੍ਰੀ ਅਕਾਲ ਜੀ। ਮੈਂ ਕੁਐਸਚਨ ਪੁੱਛਣਾ, ਮੇਰੇ ਨੀਸ ਦਾ ਵੀਜ਼ਾ ਲੱਗਿਆ ਹੋਇਆ ਤੇ ਹੁਣ ਫਲਾਈਟਾਂ ਬੰਦ ਹੋ ਗਈ ਇੰਡੀਆ ਤੋਂ ਤੇ ਪਾਸਪੋਰਟ ਵਾਲਾ ਅਗਲੇ ਸਾਲ ਫਰਵਰੀ 'ਚ ਐਕਸਪਾਇਰ ਹੋਣਾ ਹੈ ਤੇ ਮੈਂ ਪੁੱਛਣਾ ਸੀ ਕਿ ਆਪਣਾ ਹੁਣ ਜੇ ਅਗਲੇ ਮਹੀਨੇ ਇੰਡੀਆ ਤੋਂ ਆਪਣਾ ਨਵਾਂ ਪਾਸਪੋਰਟ ਬਣਵਾ ਸਕਦੀ ਹੈ ਤੇ ਜੇ ਨਵਾਂ ਪਾਸਪੋਰਟ ਬਣਵਾਉਂਦੀ ਹੈ ਤੇ ਫਿਰ ਪੁਰਾਣੇ ਪਾਸਪੋਰਟ ਜਿਹੜਾ ਕੈਂਸਲ ਹੈ ਹੋਏਗਾ ਜਿਸ ਦਾ ਸਟੈਂਪ ਲੱਗੇਗਾ ਉਹ ਆ ਸਕਦੀ ਹੈ ਜਾਂ ਨਵੇਂ ਪਾਸਪੋਰਟ ਦਾ ਸਟੈਂਪ ਲਗਵਾਉਣੀ ਪੈਣੀ? ਨਹੀਂ ਜੀ, ਬਿਲਕੁਲ ਕੋਈ ਨਵੇਂ ਤੇ ਕੋਈ ਸਟੈਂਪ ਲਵਾਉਣ ਦੀ ਜ਼ਰੂਰਤ ਨਹੀਂ ਹੈਗੀ ਹੈ। ਜਿਹੜਾ ਉਹਦਾ ਵੀਜ਼ਾ ਹੈਗਾ ਉਹ ਵੈਲਿਡ ਡਾਕੂਮੈਂਟ ਹੈਗਾ। ਸੋ ਉਹਨੇ ਆਪਦਾ ਪਾਸਪੋਰਟ ਚਾਹੀਦਾ ਹੈ ਤੇ ਪਾਸਪੋਰਟ ਜਿੱਦੇ ਤੁਸੀਂ ਟਰੈਵਲ ਕਰਨਾ ਹੈ ਉਸ ਤੋਂ 6 ਮਹੀਨੇ ਵੈਲਿਡ ਹੋਣਾ ਜ਼ਰੂਰੀ ਹੈ। ਸੋ ਜਦੋਂ ਕਦੇ ਵੀ ਆਉਣਾ ਤਾਂ ਪਾਸਪੋਰਟ ਜੇ 6 ਮਹੀਨੇ ਤੋਂ ਘੱਟ ਦਾ ਹੋਊਗਾ ਤਾਂ ਉਹ ਟਰੈਵਲ ਨਹੀਂ ਕਰ ਪਾਊਗੀ। ਸੋ ਜੇ ਫਰਵਰੀ 'ਚ ਉਹਦਾ ਖਤਮ ਹੋ ਰਿਹਾ ਜੀ, ਹਾਂਜੀ, ਉਹਨੂੰ ਨਵਾਂ ਬਣਾ ਲੈਣਾ ਚਾਹੀਦਾ। ਉਹਦੇ ਨਾਲ ਹੀ ਅਟੈਚ ਹੋ ਜਾਊਗਾ ਤੇ ਉਹ ਡਾਕੂਮੈਂਟ ਜਿਹੜਾ ਉਹਦੇ ਪੁਰਾਣੇ ਪਾਸਪੋਰਟ ਤੇ ਲੱਗਿਆ ਹੋਇਆ ਵੀਜ਼ਾ ਉਹ ਸਟਿਲ ਵੈਲਿਡ ਹੋਊਗਾ ਜੀ। ਤੁਹਾਨੂੰ ਕੋਈ ਕੋਈ ਜ਼ਰੂਰਤ ਨਹੀਂ ਜੀ, ਕੋਈ ਜ਼ਰੂਰਤ ਨਹੀਂ ਜੀ, ਕੋਈ ਜ਼ਰੂਰਤ। ਅੱਛਾ, ਇੱਕ ਮੇਰਾ ਹੋਰ ਗੱਲ, ਇੱਕ ਹੋਰ ਕੁਐਸਚਨ ਛੋਟਾ ਜਿਹਾ ਜੀ। ਮੇਰੇ ਨਾ ਮਤਲਬ ਸੁਪਰ ਵੀਜ਼ਾ ਅਪਲਾਈ ਕੀਤਾ ਫਰਵਰੀ 'ਚ, ਉਹਨਾਂ ਦੀ ਹੋ ਗਈ ਬਾਇਓਮੈਟ੍ਰਿਕ ਤੇ ਇੰਡੀਆ 'ਚੋਂ ਮੈਡੀਕਲ ਵੀ ਕਰਾਇਆ ਸੀ ਆਪਣਾ, ਉਹਦਾ ਕੁਛ ਨਹੀਂ ਅਜੇ ਤੱਕ ਪੱਲੇ ਪਿਆ। ਕੋਈ ਤਰੀਕਾ ਹੈਗਾ ਉਹਨੂੰ ਪੁੱਛਣ ਦਾ ਜਾਂ ਕਿਤੇ ਐਮਪੀ ਤੋਂ ਲੈਟਰ ਬਣਵਾ ਕੇ ਪੁੱਛ ਸਕਦੇ ਆ? ਕੋਈ ਫਾਇਦਾ ਹੈਗਾ ਇਸ ਚੀਜ਼ ਦਾ? ਇਹ ਗੱਲਾਂ ਹੀ ਜੀ ਜ਼ਰੂਰ ਜੀ। ਸੋ ਐਮਪੀ ਦਾ ਰੋਲ ਹੈ ਜਿਹੜਾ ਉਹ ਪਾਰਲੀਮੈਂਟ 'ਚ ਆਵਾਜ਼ ਉਠਾਉਣਾ, ਇੱਕ ਡੈਮੋਕ੍ਰੈਟਿਕ ਗਵਰਨਮੈਂਟ ਦੇ ਜੋ ਸਿਸਟਮ ਹੈਗਾ ਆਪਣਾ। ਸੋ ਉਹਦਾ ਰੋਲ ਕਿਸੇ ਵੀ ਲੀਗਲ ਮੈਟਰ ਨੂੰ ਇਨਫਲੂਐਂਸ ਕਰਨਾ ਨਹੀਂ ਹੈਗਾ। ਸੋ ਐਮਪੀ ਕਿਉਂਕਿ ਇਮੀਗ੍ਰੇਸ਼ਨ ਕੋਈ ਸਰਵਿਸ ਨਹੀਂ ਹੈਗੀ, ਇਮੀਗ੍ਰੇਸ਼ਨ ਲਾਅ ਹੈਗਾ। ਸੋ ਜਿਹੜਾ ਇਮੀਗ੍ਰੇਸ਼ਨ ਆਫਿਸਰ ਉਹ ਇੱਕ ਲਾਅ ਇਨਫੋਰਸਮੈਂਟ ਆਫਿਸਰ ਹੈ ਤੇ ਕਿਸੇ ਵੀ ਇਲੈਕਟਡ ਅਫੀਸ਼ੀਅਲ ਨੂੰ ਉਹਦੇ ਕੰਮ ਦੇ ਵਿੱਚ ਇੰਟਰਫੇਰੈਂਸ ਕਰਨਾ ਅਲਾਉਡ ਨਹੀਂ। ਜਿਵੇਂ ਇੱਕ ਪੁਲਿਸਮੈਨ ਹੈਗਾ ਉਹ ਇੱਕ ਲਾਅ ਇਨਫੋਰਸਮੈਂਟ ਆਫਿਸਰ ਹੈ, ਸੋ ਐਮਪੀ ਨਹੀਂ ਨਾ ਉਹਨੂੰ ਚਿੱਠੀ ਪਾ ਸਕਦਾ ਵੀ ਇਹ ਬੰਦੇ ਨੂੰ ਛੱਡ ਦੇ ਜਾਂ ਕਰ ਦੇ। ਉਵੇਂ ਜਿਵੇਂ ਉਹ ਇਮੀਗ੍ਰੇਸ਼ਨ 'ਚ ਵੀ ਇਹੋ ਜਿਹੀ ਕੋਈ ਚਿੱਠੀ ਪਾ ਨਹੀਂ ਸਕਦਾ ਇਹਨੂੰ ਅੱਗੇ ਕਰ ਦੇ ਜਾਂ ਪਿੱਛੇ ਕਰ ਦੇ। ਹਾਂਜੀ, ਉਹ ਇੱਕ ਰੋਲ ਅਦਾ ਕਰ ਸਕਦਾ ਹੈਗਾ ਇੱਕ ਮੀਡੀਏਟਰ ਦਾ। ਹੁਣ ਕਈ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਕਾਲ ਸੈਂਟਰ ਹੈ ਜਿਹੜਾ ਉਹ ਅੰਗਰੇਜ਼ੀ ਬੋਲਦਾ, ਸੋ ਉਹਦੇ ਦਫ਼ਤਰ ਜਾ ਕੇ ਉਹ ਕਾਲ ਕਰ ਸਕਦਾ, ਉਹਨਾਂ ਦੇ ਬਿਹਾਫ ਤੇ ਈਮੇਲ ਕਰ ਸਕਦਾ। ਉਹ ਬੰਦਾ ਖੁਦ ਵੀ ਕਰ ਸਕਦਾ ਹੈਗਾ। ਸੋ ਐਮਪੀ ਦੇ ਕੋਲੇ ਕੋਈ ਮੈਜਿਕ ਵਾਂਡ ਨਹੀਂ ਹੈਗਾ ਕਿ ਉਹ ਇੱਦਾਂ ਘੁਮਾਊਗਾ ਤੇ ਉਹਦੇ ਨਾਲ ਕੰਮ ਹੋ ਜਾਊਗਾ। ਉਹ ਰਾਦਰ ਕੇ ਐਮਪੀ ਨੂੰ ਆਪਣੇ ਦਫ਼ਤਰ 'ਚ ਇਹ ਲਿਖ ਕੇ ਲਾਉਣਾ ਚਾਹੀਦਾ ਹੈ ਕਿ ਇਮੀਗ੍ਰੇਸ਼ਨ ਲਾਅ ਹੈਗਾ, ਇਮੀਗ੍ਰੇਸ਼ਨ ਕੋਈ ਸਰਵਿਸ ਨਹੀਂ ਤੇ ਮੈਂ ਐਜ਼ ਐਨ ਇਲੈਕਟਡ ਅਫੀਸ਼ੀਅਲ ਲਾਅ ਦੇ ਵਿੱਚ ਇੰਟਰਫੇਰੈਂਸ ਨਹੀਂ ਕਰ ਸਕਦਾ ਹੈਗਾ। ਤੇ ਕਿਉਂਕਿ ਜਿਹੜੇ ਆਪਣੇ ਲੋਕਲ ਐਮਪੀ ਨੇ ਜੀ ਉਹਨਾਂ ਦਾ ਮੈਜੋਰਟੀ ਕੰਮ ਇਮੀਗ੍ਰੇਸ਼ਨ ਨਾਲ ਡੀਲ ਹੁੰਦਾ ਤੇ ਵੋਟਾਂ ਵੀ ਉਹਨਾਂ ਦੀਆਂ ਉਸੇ ਕਰਕੇ ਉਹਨਾਂ ਨੂੰ ਆਉਂਦੀਆਂ ਨੇ। ਕਿਸੇ ਦਾ ਪਤਾ ਕਰਾਤਾ, ਕਿਸੇ ਦੀ ਚਿੱਠੀ ਪਾ ਹਾਂਜੀ, ਉਹ ਕਿਸੇ ਦੇ ਕਹੇ ਤੇ ਮੈਂ ਜਵਾਬ ਦੇ ਰਿਹਾ ਕਿਉਂਕਿ ਕਿੰਨਾ ਟਾਈਮ ਲੱਗ ਸਕਦਾ ਉਹਨਾਂ ਦਾ ਸੁਪਰ ਵੀਜ਼ਾ ਦਾ? ਹਾਲੇ ਕੋਈ ਆਸ ਨਹੀਂ ਹੈਗੀ ਜੀ ਉਹ ਪ੍ਰੋਸੈਸ ਹੋਊਗਾ। ਜਿਵੇਂ ਹੁਣ ਵੀ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕਰ ਰਹੇ ਸੀਗੇ, ਸਭ ਤੋਂ ਜਿਹੜੀ ਟਾਪ ਪ੍ਰਾਇੋਰਿਟੀ ਹੈਗੀ ਹੈ ਉਹ ਹੈਗੀ ਹੈ ਪ੍ਰੋਸੈਸਿੰਗ ਦੇ ਵਿੱਚੋਂ ਜਿਹੜੇ ਫਾਈਲ ਨੰਬਰ F ਦੇ ਨਾਲ ਸ਼ੁਰੂ ਹੁੰਦੇ ਨੇ, ਫੈਮਿਲੀ ਕਲਾਸ, ਜਿਹਦੇ ਵਿੱਚੋਂ ਸਪਾਊਸਿਸ ਆਉਂਦੇ ਆ, ਬੱਚੇ ਆਉਂਦੇ ਆ, ਪੈਰੈਂਟਸ, ਗ੍ਰੈਂਡ ਪੈਰੈਂਟਸ ਆਉਂਦੇ ਆ। ਦੂਜੇ ਨੰਬਰ ਤੇ ਪ੍ਰਾਇੋਰਟੀ ਹੈਗੀ ਹੈ ਜਿਨ੍ਹਾਂ ਦੇ W ਨਾਲ ਸ਼ੁਰੂ ਹੁੰਦੇ ਨੇ ਜਿਹੜੇ ਐਸੈਂਸ਼ੀਅਲ ਵਰਕਰਸ ਨੇ, ਤੇ ਤੀਜੇ ਹੈਗੇ ਆ ਜਿਨ੍ਹਾਂ ਦੇ S ਨਾਲ ਸ਼ੁਰੂ ਹੁੰਦੇ ਨੇ ਜਿਹੜੇ ਸਟੂਡੈਂਟਸ ਨੇ। ਸੋ ਇਹ ਤਿੰਨਾਂ ਸਿਚੁਏਸ਼ਨ ਨੂੰ ਹੀ ਪ੍ਰਾਇੋਰਟਾਈਜ਼ ਕੀਤਾ ਜਾ ਰਿਹਾ ਹੈ, ਹੋਰ ਕਿਸੇ ਨੂੰ ਵੀ ਪ੍ਰਾਇੋਰਟਾਈਜ਼ ਹਾਲੇ ਨਹੀਂ ਕੀਤਾ ਜਾ ਰਿਹਾ। ਤੇ ਦੂਜੇ ਕਿਉਂਕਿ ਇਹ ਜਿਹੜਾ ਸੁਪਰ ਵੀਜ਼ਾ ਇੱਕ ਵਿਜ਼ਿਟਰ ਵੀਜ਼ਾ ਹੈਗਾ, ਸੋ ਟਰੈਵਲ ਰਿਸਟ੍ਰਿਕਸ਼ਨਸ ਹੋਣ ਕਰਕੇ ਉਹਨਾਂ ਲੋਕਾਂ ਨੂੰ ਤਾਂ ਪ੍ਰੋਸੈਸ ਕੀਤਾ ਜਾ ਰਿਹਾ ਹੈ
ਜਿਨ੍ਹਾਂ ਲੋਕਾਂ ਕੋਲੇ ਆਲਰੇਡੀ ਹੈਗਾ। ਪਰ ਜੇ ਕਿ ਤੁਸੀਂ ਇਮੀਗ੍ਰੇਸ਼ਨ ਦੇਖਦੇ ਹੋ ਤਾਂ ਉੱਥੇ ਕੰਮ ਜਿਹੜਾ ਹੈਗਾ ਉਹ ਲਿਮਿਟਿਡ ਸਟਾਫ ਨਾਲ ਤੇ ਔਨ ਦ ਰਿਕੁਆਇਰਮੈਂਟ ਬੇਸਿਸ ਹੀ ਕੀਤਾ ਜਾ ਰਿਹਾ ਜੀ। ਓਕੇ ਜੀ, ਥੈਂਕ ਯੂ ਜੀ। ਖਹਿਰਾ ਸਾਹਿਬ, ਤੁਸੀਂ ਤਾਂ ਗੱਲ ਉਹ ਕੀਤੀ ਆ, ਹੁਣ ਦੱਸੋ ਇਹ ਕਿਵੇਂ MP ਲਿਖ ਕੇ ਲਾ ਲੈਣ ਬਾਹਰ ਵੀ ਇਮੀਗ੍ਰੇਸ਼ਨ ਦਾ, ਇਹ ਅਸੀਂ ਇੰਟਰਫੇਰੈਂਸ ਨਹੀਂ ਕਰਦੇ, ਵੋਟਾਂ ਕੱਲ੍ਹ ਨੂੰ ਲੈਣੀਆਂ ਨੇ। ਬਿਲਕੁਲ ਤੁਸੀਂ ਬਿਲਕੁਲ ਸਹੀ ਇਹਨੂੰ ਪੁਆਇੰਟ ਆਊਟ ਕਰ ਲਿਓ ਕਿਵੇਂ ਲਿਖਦੇ ਨੇ, ਕਿਉਂਕਿ ਇੱਕ ਵੈਸਟਡ ਇੰਟਰਸਟ ਹੈ ਜਿਹੜਾ ਉਹ ਇਨਵੋਲਵਡ ਹੈਗਾ। ਸੋ ਇਹ ਗੱਲ ਹੋਵੇ ਸੱਚ ਕਿ MP ਦੇ ਕਹੇ ਤੋਂ ਕੰਮ ਹੋ ਜਾਂਦਾ ਹੋਵੇ, ਫਿਰ ਤਾਂ ਕਿਸੇ ਨੂੰ ਨਾ ਜੀ ਹੋਵੇ, ਫਿਰ ਤਾਂ ਕਿਸੇ ਨੂੰ ਨਾ ਹੋਣ ਦਾ ਮਤਲਬ ਹੀ ਨਹੀਂ ਹੈਗਾ, ਕਿਉਂਕਿ ਉਹਨੇ ਚਿੱਠੀ ਲਿਖੀ ਇਹਦਾ ਮਤਲਬ ਹਾਂ ਹੋ ਗਿਆ, ਚਿੱਠੀ ਲਿਖੀ ਹਾਂ ਹੋ ਗਿਆ। ਇਦਾਂ ਬਿਲਕੁਲ ਨਹੀਂ ਹੋ ਸਕਦਾ ਹੈਗਾ। ਰਾਦਰ ਕੇ ਇੱਕ ਮੈਂ ਤੁਹਾਨੂੰ ਫੈਡਰਲ ਕੋਰਟ ਆਫ ਕੈਨੇਡਾ ਦੇ ਕੇਸ ਦਾ ਐਗਜ਼ਾਮਪਲ ਦੇਣਾ ਚਾਹੁੰਦਾ ਹੈਗਾ। ਇਹ ਕੇਸ ਕੀ ਹੋਇਆ ਕਿ ਇੱਕ ਇੰਡੀਵਿਜੂਅਲ ਨੇ, ਉਹ ਸਟੂਡੈਂਟ ਸੀ ਇੱਥੇ, ਲੜਕੀ, ਉਹਦਾ ਵਿਆਹ ਹੋਇਆ। ਉਹਨੇ ਵਿਆਹ ਹੋਣ ਤੋਂ ਬਾਅਦ ਆਪਣੇ ਹਸਬੈਂਡ ਨੂੰ ਜਿਹੜਾ ਸਪਾਊਸ ਆਫ ਵਰਕ ਪਰਮਿਟ ਤੇ ਬੁਲਾਉਣ ਦੀ ਅਰਜ਼ੀ ਕੀਤੀ। ਉਹ ਜਦੋਂ ਅਰਜ਼ੀ ਕੀਤੀ ਉਹਨੂੰ ਇੰਟਰਵਿਊ ਤੇ ਬੁਲਾਇਆ ਗਿਆ। ਇੰਟਰਵਿਊ ਤੋਂ ਬੁਲਾਉਣ ਤੋਂ ਬਾਅਦ ਉਸ ਤੇ ਸਹੀ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਆਫਿਸਰ ਨੇ ਉਹਦਾ ਕੇਸ ਰਿਫਿਊਜ਼ ਕਰਤਾ, ਇਹ ਕਹਿ ਕੇ ਕਿ ਹਾਂ ਤੇਰੇ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਹੈ, ਤੇਰਾ ਕੋਈ ਸੱਚਾ ਵਿਆਹ ਨਹੀਂ ਹੈਗਾ, ਤੂੰ ਇਮੀਗ੍ਰੇਸ਼ਨ ਲੈਣ ਲਈ ਵਿਆਹ ਕਰਾਇਆ ਕਿਉਂਕਿ ਤੈਨੂੰ ਨਹੀਂ ਪਤਾ ਸੀ। ਤੇ ਉਹਨੇ ਸੈਕਸ਼ਨ 40 ਥੱਲੇ ਉਹਨੂੰ ਰਿਫਿਊਜ਼ ਕਰਤਾ। ਹੁਣ ਸੈਕਸ਼ਨ 40 ਹੈ ਜਿਹੜਾ ਉਹ ਮਿਸ ਰੈਪਰੈਜ਼ੈਂਟੇਸ਼ਨ ਹੈਗਾ, ਗਲਤ ਬਿਆਨੀ ਹੈ। ਸੋ ਜੇ ਤੁਸੀਂ ਗਲਤ ਬਿਆਨੀ ਕਰਦੇ ਹੋ ਤਾਂ ਤੁਹਾਨੂੰ 5 ਸਾਲ ਲਈ ਬੈਨ ਹੈ ਜਿਹੜਾ ਉਹ ਕਰ ਦਿੱਤਾ ਜਾਂਦਾ। ਹੁਣ ਸੈਕਸ਼ਨ 42 ਨਾਲ ਇਹ ਵੀ ਕਹਿੰਦਾ ਹੈ ਕਿ ਜੇ ਇੱਕ ਫੈਮਿਲੀ ਮੈਂਬਰ ਬੈਨਡ ਹੈ 5 ਸਾਲ ਲਈ, ਇਨਐਡਮਿਸਿਬਲ ਹੈ, ਤਾਂ ਜਿਹੜੀ ਕੁੜੀ ਇੱਥੇ ਉਹ ਵੀ 5 ਸਾਲ ਲਈ ਬੈਨ ਹੈ ਕਿਉਂਕਿ ਉਹ ਵਾਈਫ ਹੈਗੀ ਹੈ ਉਹਦੀ। ਸੋ ਜੇ ਉਹ ਵੀ ਬੈਨ ਹੈ ਤਾਂ ਮਤਲਬ ਉਹਦੀ ਇਮੀਗ੍ਰੇਸ਼ਨ ਵੀ ਨਹੀਂ ਹੋ ਸਕਦੀ। ਸੋ ਉਹਨੂੰ ਵੀ, ਜਿਵੇਂ ਹੁਣੇ ਕਾਲਰ ਨੇ ਕਿਹਾ, ਕਿਸੇ ਨੇ ਦੱਸਿਆ ਕਿ MP ਕੋਲੇ ਜਾਓ, ਉਹ MP ਕੋਲੇ ਜਾਂਦੀ ਹੈ। MP ਆਪਣੀ ਚਿੱਠੀ ਲਿਖ ਕੇ ਕਾਰਵਾਈ ਸ਼ੁਰੂ ਕਰਾਉਂਦਾ। ਆਫਿਸਰ ਉਹਨੂੰ ਕਹਿੰਦਾ ਹੈਗਾ ਕਿ ਇਸ ਡਿਸੀਜਨ ਤਾਂ ਆਲਰੇਡੀ ਜਿਹੜਾ ਹੈਗਾ ਉਹ ਸਟੈਂਡ ਕਰੂਗਾ ਕਿਉਂਕਿ ਡਿਸੀਜਨ ਹੋ ਚੁੱਕਿਆ ਹੈ, ਉਹ ਚਿੱਠੀ ਨੇ ਤਾਂ ਨਹੀਂ ਹੋਣਾ ਹੈਗਾ। ਤੇ ਰਾਦਰ ਉਹਦੇ ਕੋਲ 60 ਡੇਜ਼ ਦਾ ਟਾਈਮ ਸੀ, ਉਹ ਫੈਡਰਲ ਕੋਰਟ ਆਫ ਕੈਨੇਡਾ ਜਾ ਉਹਦੇ ਕੋਲ ਟਾਈਮ ਸੀ ਉਹ ਅਪੀਲ, ਕਿਉਂਕਿ ਜੇ ਤੁਹਾਨੂੰ ਜਿਵੇਂ ਪੁਲਿਸਮੈਨ ਤੁਹਾਨੂੰ ਟਿਕਟ ਦਿੰਦਾ, ਤੁਸੀਂ MP ਦਫ਼ਤਰ ਨਹੀਂ ਨਾ ਜਾਂਦੇ, ਤੁਸੀਂ ਕੋਰਟ 'ਚ ਜਾਂਦੇ ਹੋ। ਉਹ ਵੀ ਜਿਹੜਾ ਰਿਫਿਊਜ਼ਲ ਲੈਟਰ ਹੈਗਾ ਇਮੀਗ੍ਰੇਸ਼ਨ ਦਾ, ਉਹ ਵੀ ਇੱਕ ਟਿਕਟ ਹੈਗੀ ਹੈ, ਤੁਸੀਂ ਉਹਨੂੰ ਕੋਰਟ 'ਚ ਚੈਲੰਜ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਪਸੰਦ ਆਉਂਦਾ। ਜਿਹੜਾ ਕੇਸ ਬਾਹਰੋਂ ਰਿਫਿਊਜ਼ ਹੋਇਆ ਉਹਦੇ ਤੇ 60 ਦਿਨਾਂ ਦਾ ਟਾਈਮ ਹੈ, ਜਿਹੜਾ ਵਿਦਨ ਕੈਨੇਡਾ ਹੋਇਆ ਉਹ ਤੇ 15 ਦਿਨਾਂ ਦਾ ਟਾਈਮ ਹੈ ਜੇ ਤੁਸੀਂ ਅਪੀਲ ਕਰ ਸਕਦੇ ਹੋ। ਹੁਣ ਉਹ ਟਾਈਮ ਲਿਮਿਟੇਸ਼ਨ ਹੈ, ਉਹ ਤੋਂ ਬਾਹਰ ਜਾ ਕੇ ਜੇ ਤੁਸੀਂ ਕਹ ਰਹੇ ਤੁਸੀਂ ਆਪਦਾ ਅਪੀਲ ਦਾ ਰਾਈਟ ਹੈ ਜਿਹੜਾ ਉਹ ਲੂਜ਼ ਕਰ ਦੇਣਾ। ਉਹ MP ਦੇ ਚੱਕਰ ਦੇ ਵਿੱਚ ਘੁੰਮਦੀ ਘਮਾਉਂਦੀ ਦੇ ਉਹਦੇ 60 ਦਿਨ ਗੁਜ਼ਰ ਗਏ। ਉਸ ਤੋਂ ਬਾਅਦ ਉਹਨੇ ਇੱਕ ਲਾਇਰ ਨੂੰ ਕੰਟੈਕਟ ਕੀਤਾ। ਲਾਇਰ ਨੂੰ ਕੰਟੈਕਟ ਕਰਨ ਤੋਂ ਬਾਅਦ ਉਸ ਲਾਇਰ ਨੇ ਲੇਟ ਐਪਲੀਕੇਸ਼ਨ ਫਾਈਲ ਕੀਤੀ, ਇਹ ਕਹਿ ਕੇ ਕਿ ਇਹਦੇ ਨਾਲ ਆਹ ਵਾਪਰਿਆ, ਇਹ ਵਾਪਰਨ ਕਰਕੇ ਇਹ ਟਾਈਮ ਨਾਲ ਆਪਣੀ ਅਪੀਲ ਹੈ ਜਿਹੜੀ ਉਹ ਦਾਖਲ ਨਹੀਂ ਕਰ ਸਕੀ। MP ਨੇ ਇਹਨੂੰ ਦੱਸਿਆ ਨਹੀਂ ਹੈਗਾ ਵੀ ਤੂੰ ਅਪੀਲ ਕਰ ਜਾਂ ਕੀ ਕਰ। ਮਾਮਲਾ ਕੋਰਟ ਚਲਿਆ ਗਿਆ, ਜੱਜ ਨੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਤੇ ਨਾਲ ਇਹ ਵੀ ਇੱਕ ਸਟ੍ਰਿੰਜੈਂਟ ਲਾਈਨ ਪਾਸ ਕੀਤੀ ਕਿ MP ਕੋਲੇ ਕਿਹੜੀ ਲੀਗਲ ਅਥਾਰਟੀ ਸੀ ਜਿਹਦੇ ਕਰਕੇ ਉਹ ਕਹਿ ਰਿਹਾ ਸੀ ਕਿ ਮੈਂ ਡਿਸੀਜਨ ਨੂੰ ਰੀਕਨਸੀਡਰ ਕਰਾ ਦੂੰਗਾ, ਮੈਂ ਚਿੱਠੀ ਲਿਖਦਾ ਹੈਗਾ। ਉਹਨੂੰ ਇਹ ਲੀਗਲ ਅਥਾਰਟੀ ਕਿਹਨੇ ਦਿੱਤੀ ਸੀਗੀ? ਸੋ ਇਹਨੂੰ ਕੋਈ ਲੇਟ ਐਪਲੀਕੇਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਿਉਂਕਿ ਜਿਹੜਾ ਲਾਅ ਹੈ, ਜਿਹੜਾ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਹੈ, ਜੇ ਉਹ 'ਚ 60 ਦਿਨਾਂ ਦਾ ਸਮਾਂ ਦਿੱਤਾ ਹੈ ਤਾਂ ਉਹਦਾ ਮਤਲਬ ਉਹਨੂੰ 60 ਦਿਨਾਂ ਨੂੰ ਫੋਲੋ ਕਰਨਾ ਹੈ। ਜੇ ਪਾਰਲੀਮੈਂਟ ਨੇ ਇਹ ਕਾਨੂੰਨ ਬਣਾਇਆ ਹੁੰਦਾ, ਕੋਈ ਨਾ MP ਕੋਲੇ ਜਾ ਕੇ ਸਮਾਂ ਗੁਜ਼ਰਦਾ, ਉਹ ਤੋਂ ਬਾਅਦ ਟਾਈਮ ਸ਼ੁਰੂ ਹੁੰਦਾ ਤਾਂ ਫਿਰ ਉਹ ਕਾਨੂੰਨ 'ਚ ਲਿਖਦੇ, ਪਰ ਉਹਨਾਂ ਨੇ ਤਾਂ ਲਿਖਿਆ ਹੈ ਕਿ 60 ਦਿਨਾਂ ਦੇ ਵਿੱਚ ਤੁਸੀਂ ਅਪੀਲ ਕਰਨੀ ਹੈ। ਸੋ ਉਹ ਕੇਸ ਤੋਂ ਬਾਅਦ ਉਸ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ ਹੈ ਕਿ ਜਿੱਥੇ ਜੇ ਕਹਾਨੂੰ ਜਾ ਕੇ ਕੋਈ ਬੰਦਾ ਇਹ ਕਹੂਗਾ ਕਿ ਮੈਂ MP ਕੋਲੇ ਗਿਆ ਤੇ ਇਸ ਕਰਕੇ ਹੋ ਗਿਆ, ਉਹਦੀ ਗੱਲ ਬਿਲਕੁਲ ਮੰਨੀ ਨਹੀਂ ਜਾਊਗੀ ਕਿਉਂਕਿ ਉਹ ਆਲਰੇਡੀ ਇੱਕ ਪ੍ਰੈਸੀਡੈਂਸ ਸੈਟਿੰਗ ਕੇਸ ਬਣ ਚੁੱਕਿਆ ਹੈ। ਹੁਣ ਉਸ ਤੋਂ ਬਾਅਦ ਉਹ ਜਿਹੜੀ ਲੇਡੀ ਹੈ ਉਹ ਵੀ 5 ਸਾਲ ਲਈ ਬੈਨ ਹੈ ਜਿਹੜੀ ਹੋ ਗਈ। ਸੋ ਇਹ ਇੱਕ ਐਗਜ਼ਾਮਪਲ ਹੈਗਾ ਜਿੱਥੇ ਕਿ ਤੁਸੀਂ ਆਪਣੇ, ਜੇ ਇੱਕ ਲੀਗਲ ਮਾਮਲਾ ਹੈ ਤਾਂ ਤੁਸੀਂ ਆਪਣੇ ਲੀਗਲ ਰੀਕੋਰਸ ਨੂੰ ਫੋਲੋ ਕਰਨਾ ਹੈਗਾ, ਨਾ ਕਿ MP ਨੇ ਜਾ ਕੇ ਉਹਦੇ 'ਚ ਕੋਈ ਬਦਲਾਅ ਕਰ ਦੇਣਾ ਹੈ ਜੀ। ਸਹੀ ਗੱਲ ਹੈ ਜੀ। ਮੈਂ ਕਾਲ ਆਈ ਆ, ਤੁਹਾਨੂੰ ਕਾਲ ਫਾਰਵਰਡ ਕਰ ਰਹੇ ਨੇ। ਉਸ ਤੋਂ ਲਓ ਜੀ, ਪਹਿਲਾਂ ਕਾਲ ਲਈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ? ਹਾਂਜੀ ਸਰ, ਰਮਨ ਜੀ ਬੋਲਦੇ ਹਾਂ ਭਾਜੀ। ਕੀ ਸਵਾਲ ਹੈ ਜੀ? ਹਾਂਜੀ, ਮੈਂ ਪੁੱਛਣਾ ਸੀ ਵੀ ਬੇਟਾ ਦੁਬਈ ਵਿੱਚ ਆ, 5 ਸਾਲ ਦਾ ਲਾਇਸੈਂਸ ਬਣਿਆ ਆ, ਵੀ ਉੱਥੋਂ ਦੁਬਈ ਚੋਂ ਕਿਸ ਤਰ੍ਹਾਂ ਆ ਸਕਦਾ ਇੱਥੇ? ਕਾਹਦਾ ਲਾਇਸੈਂਸ ਹੈ ਜੀ? ਡਰਾਈਵਰੀ ਦਾ, ਟਰੱਕ ਡਰਾਈਵਰੀ। ਟਰੱਕ ਡਰਾਈਵਰ ਹੈ, 12 ਗ੍ਰੇਡ ਪੜਿਆ, 12 ਜਮਾਤ ਪੜਿਆ ਜੀ? ਹਾਂਜੀ ਹਾਂਜੀ, ਆਇਲਟਸ ਕੀਤੀ ਆ, 5.5 ਬੈਂਡ ਆ। ਹਾਂਜੀ, 1 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈਗਾ? ਹਾਂਜੀ, 1 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈਗਾ ਉਹਦਾ?
हाँ जी 2.5 ਸਾਲ ਹੋ ਗਏ ਨਾ। हाँ जी बहुत ਵਧੀਆ ਬਿਲਕੁਲ ਜੀ। ਉਹ ਟਰੱਕ ਡਰਾਈਵਰ ਦੇ ਤੌਰ ਤੇ ਆ ਸਕਦੇ ਹੈਗੇ ਆ। ਸੋ ਤੁਸੀਂ ਹਾਂਜੀ। ਸਾਡੇ ਦਫ਼ਤਰ ਨੂੰ ਕਾਲ ਕਰ ਲਿਓ, ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈਗਾ। ਸੋ ਉਹਦੇ ਕਾਗਜ਼ ਹਾਂਜੀ। ਪੱਤਰ ਮੰਗਾ ਕੇ ਫਿਰ ਉਹ ਦੇਖ ਸਕਦੇ ਹੈਗੇ ਆ। ਜੇ ਉਹ ਕੁਆਲੀਫਾਈ ਕਰਦਾ, ਹਾਂਜੀ। ਹਾਂਜੀ ਉਹ ਜ਼ਰੂਰ ਟਰੱਕ ਡਰਾਈਵਰ ਦੇ ਤੌਰ ਤੇ ਆ ਸਕਦਾ ਹੈਗਾ। ਅੱਛਾ ਜੀ, ਅਸੀਂ ਪੁੱਛਿਆ ਸੀ, ਉਹ ਕਹਿੰਦੇ ਅਜੇ ਨਹੀਂ ਆ ਸਕਦੇ ਹੈਗੇ। ਤੁਸੀਂ ਜਿਹਨੂੰ ਵੀ ਪੁੱਛਿਆ ਹੋਵੇ ਜੀ ਉਹ ਹਾਂਜੀ, ਤੁਹਾਡੀ ਹੁਣ ਮੈਂ ਮਰਜ਼ੀ ਹੈ ਜੀ, ਉਹਦੇ ਪਰ ਤੇ ਨਹੀਂ ਤੁਹਾਨੂੰ ਖਹਿਰਾ ਸਾਹਿਬ ਹੁਣ ਜਿਹੜਾ ਤੁਸੀਂ ਸਵਾਲ ਪੁੱਛਿਆ ਜੀ ਉਹ ਤਾਂ ਸਹੀ ਜਵਾਬ ਦੇ ਰਹੇ ਨੇ। ਮੇਰੇ ਖਿਆਲ ਜਿਹੜੀਆਂ ਇਹਨਾਂ ਨੇ ਤੁਹਾਨੂੰ Okay. ਇਨਸਟਰਕਸ਼ਨ ਦਿੱਤੀਆਂ ਨੇ ਤੁਸੀਂ ਪਲੀਜ਼ ਉਹਨੂੰ ਫੋਲੋ ਕਰੋ। ਥੈਂਕ ਯੂ ਜੀ। ਖਹਿਰਾ ਸਾਹਿਬ ਤੁਸੀਂ 90,000 ਦੀ ਗੱਲ ਕਰਦੇ ਸੀਗੇ ਜੀ। 90,000 ਐਪਲੀਕੇਸ਼ਨ ਉਹ 'ਚ ਬੰਦਾ 90,000 ਨਹੀਂ, 90,000 ਤਾਂ ਬੰਦਾ ਵੱਧ ਆ ਰਿਹਾ। ਬਿਲਕੁਲ ਵੱਧ ਆ ਰਿਹਾ ਜੀ। ਸੋ ਜੇ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲੀਏ ਕਿ ਉਹਨਾਂ ਚੋਂ ਜੇ ਅੱਧੇ ਲੋਕ ਵੀ ਮੈਰਿਡ ਹੋਏ Yeah. ਤਾਂ ਇੱਕ ਅਰਜ਼ੀ 'ਚ 2 ਜਾਣੇ ਹੋ ਜਾਣਗੇ। ਜੇ ਆਪਾਂ ਇਹ ਵੀ ਮੰਨ ਕੇ ਚੱਲੀਏ ਉਹਨਾਂ ਚੋਂ ਅੱਧਿਆਂ ਦੇ ਲੋਕਾਂ ਦੇ ਵੀ ਅੱਗੇ ਬੱਚੇ ਹੋਏ ਹਾਂਜੀ। ਤਾਂ ਉਹ ਵੀ ਨੰਬਰ ਜਿਹੜਾ ਵੱਧ ਜਾਣਾ। That's ਸੋ right. ਮੇਰਾ ਐਸਟੀਮੇਟ ਕਹਿੰਦਾ ਹੈ ਕਿ 90,000 ਅਰਜ਼ੀਆਂ ਦਾ ਮਤਲਬ ਕਰੀਬਨ 200,000 ਲੋਕ ਨੇ ਜਿਹੜੇ ਉਹ ਹੋ ਸਕਦੇ ਨੇ ਜੀ। ਅੱਛਾ, ਇਹ ਇੱਕ ਰੀਜ਼ਨੇਬਲ ਹਾਂਜੀ। ਐਸਟੀਮੇਟ ਹੈਗਾ। ਓਕੇ ਓਕੇ। ਹੁਣ ਦੂਜਾ ਜਿਹੜਾ ਸਵਾਲ ਉਹ ਇਹ ਚਾਹੁੰਦਾ ਨਟ ਸਾਹਿਬ, ਉਹ ਇਹ ਆਉਂਦਾ ਹੈ ਕਿ 90,000 ਦੇ ਕੀ 90,000 ਕਾਮਯਾਬ ਹੋ ਜਾਣਗੇ? ਇਹ ਵੀ ਇੱਕ ਅਗਲਾ ਜਿਹੜਾ ਸਵਾਲ ਕੁਐਸਚਨ ਹੈਗਾ। ਦੈਟਸ ਰਾਈਟ। ਇਹਨੂੰ 3 ਹਿੱਸਿਆਂ 'ਚ ਵੰਡਿਆ ਗਿਆ ਸੀ। ਹਾਂਜੀ। ਜਿਹੜਾ ਪਹਿਲਾ ਹਿੱਸਾ ਸੀਗਾ ਉਹ ਸਟੂਡੈਂਟ ਜਿਨ੍ਹਾਂ ਨੇ ਕੈਨੇਡਾ 'ਚੋਂ ਪੜ੍ਹਾਈ ਕੀਤੀ ਹੈ ਤੇ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਕੋਲੇ ਵਰਕ ਪਰਮਿਟ ਹੈ, ਹੁਣ ਉਹ ਕਰੰਟਲੀ ਕੰਮ ਕਰ ਰਹੇ ਨੇ ਕੈਨੇਡਾ 'ਚ ਕਰ ਹਾਂਜੀ ਕੈਨੇਡਾ 'ਚ ਕੰਮ ਕਰ ਰਹੇ ਨੇ ਜੀ। ਤੇ ਉਹ ਆਪਣੀ ਅਰਜ਼ੀ ਕਰ ਸਕਦੇ ਨੇ। ਉਹ 40,000 ਲੋਕਾਂ ਨੂੰ ਅਰਜ਼ੀ 'ਚ ਲੈਣਾ ਸੀਗਾ। ਉਹ 25 ਘੰਟਿਆਂ ਦੇ ਵਿੱਚ ਉਹ ਅਰਜ਼ੀਆਂ ਪੂਰੀਆਂ ਹੋ ਗਈਆਂ। ਪਰ ਸਭ ਤੋਂ ਜ਼ਿਆਦਾ ਜਿਹੜਾ ਫੇਲੀਅਰ ਰੇਟ ਹੋਣਾ ਉਹ ਉਸ ਕੈਟਾਗਰੀ ਦੇ ਵਿੱਚ ਹੀ ਹੋਣਾ, ਕਿਉਂਕਿ ਲੋਕਾਂ ਨੇ ਇਸ ਗੱਲ ਨੂੰ ਤਰਜੀਹ ਜ਼ਿਆਦਾ ਦਿੱਤੀ ਕਿ ਉਹ ਐਂਟਰ ਬਟਨ ਦੱਬ ਕੇ ਆਪਦੀ ਅਰਜ਼ੀ ਨੂੰ ਸਬਮਿਟ ਬਟਨ ਦੱਬ ਕੇ ਦਾਖਲ ਕਰਨ, ਰਾਦਰ ਕੇ ਇਹ ਦੇਖਣ ਕਿ ਉਹ ਸਹੀ ਵੀ ਹੈਗੀ ਹੈ ਕਿ ਨਹੀਂ ਹੈਗੀ ਹੈ। ਓਕੇ। ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਜੀ, ਇਹ ਇਕਨੋਮਿਕ ਕਲਾਸ ਐਪਲੀਕੇਸ਼ਨਸ ਨਹੀਂ ਸੀਗੀਆਂ ਇਹ। ਓਕੇ। ਜਿਹੜਾ ਆਪਾਂ ਪੁਆਇੰਟ ਸਿਸਟਮ ਜਿਹਨੂੰ ਕਹਿੰਦੇ ਉਹ ਇਕਨੋਮਿਕ ਕਲਾਸ ਐਪਲੀਕੇਸ਼ਨ ਨੇ, ਜਿਹੜਾ ਨਾਰਮਲ ਸਿਸਟਮ ਚੱਲਦਾ। ਇਹ ਕਿਉਂਕਿ ਇਹ ਇਕਨੋਮਿਕ ਕਲਾਸ ਐਪਲੀਕੇਸ਼ਨ ਨਹੀਂ, ਇੱਕ ਪਬਲਿਕ ਪਾਲਿਸੀ ਦੇ ਅਧੀਨ ਬਣੀ ਹੋਈ ਜਿਹੜੀ ਕਾਰਵਾਈ ਤੇ ਲਈਆਂ ਗਈਆਂ ਵਨ ਟਾਈਮ ਵਾਲੀ ਗੱਲ ਹੀ ਹੈ। ਬਿਲਕੁਲ ਜੀ, ਵਨ ਟਾਈਮ ਵਾਲੀ। ਰਾਈਟ। ਕਿਉਂਕਿ ਇਕਨੋਮਿਕ ਕਲਾਸ ਐਪਲੀਕੇਸ਼ਨ ਨਹੀਂ, ਇਸ ਲਈ ਇਹ ਤੇ ਇਕਨੋਮਿਕ ਕਲਾਸ ਐਪਲੀਕੇਸ਼ਨ ਦੇ ਰੂਲ ਵੀ ਲਾਗੂ ਨਹੀਂ ਹੁੰਦੇ। ਓਕੇ। ਸੋ ਕਾਨੂੰਨ ਵੀ ਨਹੀਂ ਲਾਗੂ ਹੋਣਗੇ ਜੋ ਨਾਰਮਲ ਇਕਨੋਮਿਕ ਕਲਾਸ ਐਪਲੀਕੇਸ਼ਨ ਤੇ ਲਾਗੂ ਹੁੰਦੇ ਨੇ। ਸੋ ਜੋ ਸਭ ਤੋਂ ਪਹਿਲਾ ਜਿਹੜਾ ਕਾਨੂੰਨ ਹੈ ਉਹ ਕਾਨੂੰਨ ਦੀ ਧਾਰਾ 10 ਹੈਗੀ ਹੈ। ਕਾਨੂੰਨ ਦੀ ਧਾਰਾ 10 ਕਹਿੰਦੀ ਹੈ ਕਿ ਅਰਜ਼ੀ ਹੈ ਜਿਹੜੀ ਤੁਹਾਡੀ ਉਹ ਫਾਰਮ ਤੇ ਕੰਟੈਂਟ ਦੇ ਵਿੱਚ ਪੂਰੀ ਹੋਣੀ ਚਾਹੀਦੀ ਹੈ। ਹਾਂਜੀ। ਫਾਰਮ ਤੇ ਕੰਟੈਂਟ ਦਾ ਮਤਲਬ ਹੈ ਕਿ ਉਹ ਜਿਹੀ ਉਹਦੀ ਸ਼ਕਲ ਹੈ ਉਹੀ ਸ਼ਕਲ ਹੋਣੀ ਚਾਹੀਦੀ ਹੈ, ਜੋ ਉਹਦੇ ਵਿੱਚ ਸਮਾਨ ਹੋਣਾ ਚਾਹੀਦਾ ਹੈ ਉਹ ਵੀ ਪੂਰਾ ਹੋਣਾ ਚਾਹੀਦਾ ਹੈ। ਜੇ ਤੇ ਕਾਨੂੰਨ ਇਹ ਕਹਿੰਦਾ ਹੈ ਕਿ ਉਦੋਂ ਤੱਕ ਅਰਜ਼ੀ ਨੂੰ ਦਾਖਲ ਨਾ ਮੰਨਿਆ ਜਾਵੇ ਜਦੋਂ ਤੱਕ ਉਹ ਫਾਰਮ ਤੇ ਕੰਟੈਂਟ ਦੇ ਵਿੱਚ ਪੂਰੀ ਨਹੀਂ ਹੈਗੀ। ਸੋ ਜਿਹਨੇ ਉਹ ਸੈਂਡ ਜਾਂ ਸਬਮਿਟ ਕੀਤਾ ਤਾਂ ਚਾਂਸਸ ਆਰ ਬਿਲਕੁਲ, ਜੇ ਉਹ ਪੂਰੀ ਨਹੀਂ ਤਾਂ ਸਬਮਿਟ ਹੋ ਗਈ ਹੈ ਪਰ ਉਹ ਕੇਸ ਖਤਮ ਹੋ ਗਿਆ। ਵਾਹ। ਓਕੇ। ਕਿਉਂਕਿ ਉਹ ਰੂਲ ਲਾਗੂ ਨਹੀਂ ਹੁੰਦਾ। ਅੱਛਾ, ਉਹ ਨਹੀਂ ਹੈ ਵੀ ਤੁਹਾਡਾ ਨੰਬਰ ਲੱਗ ਗਿਆ, ਕੇਸ ਤੁਹਾਡਾ ਲੱਗ ਗਿਆ ਤੇ ਉਹਦੇ ਬਾਅਦ ਚ ਕਾਰਵਾਈ ਹੋਈ ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਉਹ ਕਿਉਂਕਿ ਜਿਹੜਾ ਪ੍ਰੋਸੀਜਰਲ ਫੇਅਰਨੈਸ ਹੈ ਉਹ ਇਕਨੋਮਿਕ ਕਲਾਸ ਐਪਲੀਕੇਸ਼ਨ ਤੇ ਪਬਲਿਕ ਪਾਲਿਸੀ ਦੇ ਉੱਤੇ ਨਹੀਂ ਨਾ ਹੈਗਾ। ਜਦ ਕਿ ਨਾਲ ਵੈਰੀ ਕਲੀਅਰਲੀ ਗੱਲ ਲਿਖਿਆ ਹੈ ਕਿ ਜਦੋਂ ਹੀ ਤੁਸੀਂ ਸਬਮਿਟ ਬਟਨ ਦੱਬਤਾ, ਚਾਹੇ ਅਰਜ਼ੀ ਪੂਰੀ ਹੈ ਚਾਹੇ ਉਹ ਅਧੂਰੀ ਹੈ, ਉਹ ਦਾਖਲ ਮੰਨੀ ਜਾਊਗੀ। ਕਹਿਣ ਦਾ ਮਤਲਬ ਹੈ ਕਿ ਫੀਸ ਤੁਹਾਡੀ ਚਲੀ ਗਈ। ਓਕੇ। ਚਾਹੇ ਉਹ ਅਧੂਰੀ ਅਰਜ਼ੀ ਸੀ, ਫੀਸ ਤੁਹਾਡੀ ਉਹ ਚਲੀ ਗਈ। ਹੁਣ ਅਧੂਰੀ ਅਰਜ਼ੀ ਹੈ, ਉਹਦੇ ਉੱਤੇ ਇਮੀਗ੍ਰੇਸ਼ਨ ਜਿਹੜਾ ਅਫਸਰ ਹੈ ਉਹਦੀ ਇਹ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹ ਇਹ ਗੱਲ ਨੂੰ ਦੇਖੇ ਕਿ ਅਰਜ਼ੀ ਅਧੂਰੀ ਹੈ ਤੇ ਮੈਂ ਬੰਦੇ ਨੂੰ ਕਹਾਂ ਕਿ ਭਾਈ ਆਹ ਸਮਾਨ ਘੱਟ ਹੈ ਤੇ ਆਹ ਸਮਾਨ ਦੇ ਦੇ। ਨਾ ਜੀ, ਉਹਦੀ ਕੋਈ ਜ਼ਿੰਮੇਵਾਰੀ ਨਹੀਂ। ਉਹਨੇ ਕਹਿਣਾ ਅਰਜ਼ੀ ਅਧੂਰੀ ਹੈ ਤੇ ਉਹਨੇ ਰਿਫਿਊਜ਼ ਕਰਕੇ ਉਹਨੂੰ ਪਾਸੇ ਰੱਖ ਦੇਣਾ ਹੈਗਾ। ਸੋ ਇਹ ਜਿਹੜਾ ਮਾਮਲਾ ਹੋਇਆ, ਕਿਉਂਕਿ ਜੇ ਧਾਰਾ 10 ਲਾਗੂ ਹੁੰਦੀ ਤਾਂ ਉਦੋਂ ਤੱਕ ਸਬਮਿਟ ਬਟਨ ਹੀ ਨਹੀਂ ਆਉਣਾ ਸੀ ਜਦੋਂ ਤੱਕ ਉਹ ਪੂਰੀ ਨਹੀਂ ਹੋਣੀ ਸੀ। ਓਕੇ। ਕਿਉਂਕਿ ਉਹ ਤੇ ਲਾਗੂ ਨਹੀਂ ਹੁੰਦੀ, ਇਸ ਕਰਕੇ ਉਹ ਸਬਮਿਟ ਬਟਨ ਆ ਗਿਆ, ਤੁਸੀਂ ਦੱਬਤਾ, ਤੁਹਾਡੀ ਅਰਜ਼ੀ ਦਾਖਲ ਹੋ ਗਈ, ਚਾਹੇ ਉਹ ਅਧੂਰੀ ਸੀ ਉਹ ਤਾਂ ਵੀ ਦਾਖਲ ਹੋ ਗਈ ਹੈ। ਸੋ ਇੱਕ ਤਾਂ ਇਹ ਸਭ ਤੋਂ ਵੱਡਾ ਜਿਹੜਾ ਰੀਜ਼ਨ ਰਹਿਣਾ ਹੈ ਫੇਲੀਅਰ ਦਾ। ਇਹ ਮੈਂ ਕਿਉਂ ਦੱਸ ਰਿਹਾ, ਮੈਂ ਤੁਹਾਨੂੰ ਆਪਦੇ ਪਰਸਨਲ ਐਕਸਪੀਰੀਅੰਸ ਤੋਂ ਦੱਸ ਰਿਹਾ। ਜਦੋਂ ਹੀ ਅਰਜ਼ੀਆਂ ਦਾਖਲ ਹੋਈਆਂ ਉਦੋਂ ਅਗਲੇ ਹਫਤੇ ਦੇ ਵਿੱਚ ਮੈਨੂੰ ਘੱਟੋ ਘੱਟ 10 ਲੋਕਾਂ ਨੇ ਆ ਕੇ ਕਿਹਾ ਕਿ ਜੀ ਆ ਮੇਰੀ ਅਰਜ਼ੀ ਦਾਖਲ ਹੋ ਗਈ ਹੈ, ਆ ਸੀਗਾ, ਬਟ ਉਦੋਂ ਤੱਕ ਟੂ ਲੇਟ। ਕਾਲ ਲੈ ਲਈਏ ਇਹ ਤੇ ਫੇਰ ਆਉਂਦੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਜੀ? हेलो भाजी, मेरा नाम निशान है, मैं पाकिस्तान से बोल रहा हूँ। हाँ जी। मैं खेरा साहब को एक क्वेश्चन करना जरूर जी, सुन रहे हैं ਤੁਹਾਡਾ ਸਵਾਲ जी। खेरा साहब, खेरा साहब, थैंक यू, नाइस टू टॉक टू यू अगेन। खेरा साहब, मेरा एक क्वेश्चन है कि मेरे को विजिटर वीजा यूएसए का जी, कैन आई कम टू यूएसए
and then apply for suppose open work permit from there, या फिर मैं होम कंट्री तो ही अप्लाई कर सकना, क्योंकि होम कंट्री तो जो टाइम है पाकिस्तान तो वो 7 मंथ से तकरीबन, जी लेकिन ये मैं विद इन यूएसए आगे अप्लाई करना तो उसका टाइम है 3 वीक। बिल्कुल ਤੇ ਮੈਨੂੰ ਦੱਸੋ ਮੇਰੇ ਕੋਲ ਵਿਜ਼ਟਰ ਵੀਜ਼ਾ ਯੂਐਸਏ ਦਾ, ਮੈਂ ਉੱਥੇ ਆ ਕੇ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰ ਸਕਦਾ ਕੈਨੇਡਾ ਵਾਸਤੇ? ਬਿਲਕੁਲ ਕਰ ਸਕਦੇ ਹੋ ਜੀ। ਸੋ ਜੇ ਤੁਸੀਂ ਯੂਨਾਈਟਿਡ ਸਟੇਟਸ ਆ ਜਾਂਦੇ ਹੈਗੇ ਹੋ ਤੁਸੀਂ ਬਿਲਕੁਲ ਕਰ ਸਕਦੇ ਹੋ। ਓਕੇ ਜੀ, ਮੇਰੇ ਕੋਲ ਵਿਜ਼ਟਰ ਵੀਜ਼ਾ ਹੈ। ਬਿਲਕੁਲ ਜੀ, ਜੇ ਤੁਸੀਂ ਐਜ਼ ਅ ਵਿਜ਼ਿਟਰ ਯੂਨਾਈਟਿਡ ਸਟੇਟਸ ਦੇ ਵਿੱਚ ਆ ਜਾਂਦੇ ਹੈਗੇ ਹੋ ਤੇ ਯੂਨਾਈਟਿਡ ਸਟੇਟਸ 'ਚੋਂ ਅਪਲਾਈ ਕਰਦੇ ਹੋ ਤੁਸੀਂ ਬਿਲਕੁਲ ਕਰ ਸਕਦੇ ਹੋ। ਜਿਹੜਾ ਰੈਗੂਲੇਸ਼ਨ 11 ਹੈਗਾ, ਰੈਗੂਲੇਸ਼ਨ 11 ਲਾਗੂ ਹੁੰਦਾ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਦੇ ਉੱਤੇ। ਓਕੇ, ਸੋ ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਕਰਦੇ ਹੁੰਦੇ ਫਿਰ ਤੁਸੀਂ ਹੋਰ ਕਿਤੇ ਨਹੀਂ ਕਰ ਸਕਦੇ। ਫਿਰ ਤੁਸੀਂ 3 ਕ੍ਰਾਈਟੇਰੀਆ ਹੈਗਾ ਜਿਨ੍ਹਾਂ 'ਚ ਕਰ ਸਕਦੇ ਹੋ। ਪਹਿਲਾ ਉਹ ਹੈਗਾ ਕਿ ਤੁਹਾਡੀ ਕੰਟਰੀ ਆਫ ਨੈਸ਼ਨੈਲਿਟੀ, ਦੂਜਾ ਉਹ ਮੁਲਕ ਜਿਹਦੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ, ਤੀਜਾ ਉਹ ਮੁਲਕ ਜਿਹਨੇ ਤੁਹਾਨੂੰ ਘੱਟੋ ਘੱਟ 1 ਸਾਲ ਰਹਿਣ ਦੀ ਇਜਾਜ਼ਤ ਦਿੱਤੀ ਹੈ। ਓਕੇ, ਇਹ ਲਾਗੂ ਹੁੰਦਾ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨਸ ਤੇ ਜਿਹੜੀ ਰੈਗੂਲੇਸ਼ਨ 11 ਹੈ। ਸੋ ਰੈਗੂਲੇਸ਼ਨ ਜੇ ਤੁਸੀਂ ਟੈਂਪਰੇਰੀ ਰੈਜ਼ੀਡੈਂਸ ਲਈ ਕਰ ਰਹੇ ਹੋ ਫਿਰ ਤੁਹਾਡੇ ਤੇ ਧਾਰਾ 11 ਲਾਗੂ ਨਹੀਂ ਹੁੰਦੀ ਹੈਗੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕਸ ਫॉर ਜ਼ਬਰਦਸਤ, ਥੈਂਕ ਯੂ ਸੋ ਮਚ ਸਰ। ਨੋ ਪ੍ਰੋਬਲਮ ਜੀ। ਅੱਛਾ, ਤੁਹਾਨੂੰ ਫਿਰ ਹਫਤੇ ਦੇ ਵਿੱਚ ਐਪਲੀਕੇਸ਼ਨਾਂ ਜਿਨ੍ਹਾਂ ਨੇ ਭਰੀਆਂ ਸੀ ਉਹਨਾਂ ਦੀਆਂ ਫਿਰ ਕਾਲਾਂ ਆਉਣ ਲੱਗ ਗਈਆਂ? ਬਿਲਕੁਲ ਜੀ, ਤੇ ਉਹ ਆ ਕੇ ਉਹਨਾਂ ਡਿਸਕਸ਼ਨ ਕੀਤਾ ਕਿ ਮੇਰਾ ਆ ਪੂਰਾ ਨਹੀਂ ਸੀ ਜੀ, ਮੇਰਾ ਆ ਪੂਰਾ ਨਹੀਂ ਸੀ, ਮੇਰੇ ਤੋਂ ਆ ਲਿਖਿਆ ਗਿਆ, ਮੇਰੇ ਤੋਂ ਉਹ ਲਿਖਿਆ ਗਿਆ। ਪਰ ਜਿਹੜਾ ਇਲੈਕਟ੍ਰੋਨਿਕ ਸਿਸਟਮ ਹੈਗਾ ਮਰਗਨ ਜੀ, ਇਹ ਕ੍ਰੀਏਟ ਕੀਤਾ ਗਿਆ ਕ੍ਰੀਏਟਰ ਦੇ ਫਾਇਦੇ ਲਈ। ਦੈਟਸ ਰਾਈਟ। ਇਹ ਜਿਹੜਾ ਅੱਗੇ ਬੈਠਾ ਉਹਦੇ ਫਾਇਦੇ ਲਈ ਨਹੀਂ ਕ੍ਰੀਏਟ ਕੀਤਾ ਗਿਆ। ਠੀਕ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਜਦੋਂ ਦਾ ਯੂਜ਼ ਕਰਨਾ ਸ਼ੁਰੂ ਕਰਿਆ ਇਮੀਗ੍ਰੇਸ਼ਨ ਨੇ, ਉਹ ਜਿਹੜੇ ਉਹਨੂੰ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਗਿਆ ਹੈ ਕਿ ਉਹ ਐਪਲੀਕੈਂਟ ਦੇ ਫਾਇਦੇ ਲਈ ਨਹੀਂ ਹੈਗਾ, ਰਾਈਟ, ਉਹ ਮਹਿਕਮੇ ਦੇ ਫਾਇਦੇ ਲਈ ਹੈਗਾ। ਜਦੋਂ ਵੀ ਤੁਸੀਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਚਾਹੂੰਗਾ, ਜਿੱਥੇ ਵੀ ਕੈਨੇਡੀਅਨ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਇਨਵੋਲਵਡ ਹੈਗਾ ਉੱਥੇ ਸਾਰੀਆਂ ਅਰਜ਼ੀਆਂ ਪੇਪਰ ਵਾਲੀਆਂ ਨੇ। ਜਿੱਥੇ ਹੀ ਟੈਂਪਰੇਰੀ ਰੈਜ਼ੀਡੈਂਟ ਇਨਵੋਲਵਡ ਹੈ ਉਹ ਇਲੈਕਟ੍ਰੋਨਿਕ ਹੈ, ਉੱਥੇ ਇਲੈਕਟ੍ਰੋਨਿਕ ਹੈ, ਕਿਉਂਕਿ ਉਹ ਈਜ਼ੀ ਟੂ ਰਿਜੈਕਟ, ਈਜ਼ੀ ਟੂ ਸੇ ਨੋ। ਉਹ ਪ੍ਰੋਸੀਜਰਲੀ ਫੇਅਰ ਨਹੀਂ ਹੈਗਾ। ਉਹ ਕਿਉਂ ਪ੍ਰੋਸੀਜਰਲੀ ਫੇਅਰ ਨਹੀਂ ਹੈਗਾ? ਉਹ ਸਿਰਫ ਵਨ ਵੇ ਰੋਡ ਹੈ। ਤੁਸੀਂ ਬਟਨ ਦੱਬਤਾ ਚਲਿਆ ਗਿਆ, ਤੁਹਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ, ਨਾ ਹੀ ਤੁਸੀਂ ਉਹਨੂੰ ਰਿਟਰੀਵ ਕਰ ਸਕਦੇ। ਓਕੇ, ਸੋ ਜੇ ਤੁਸੀਂ ਪੇਪਰ ਐਪਲੀਕੇਸ਼ਨ ਫਾਈਲ ਕਰ ਰਹੇ ਹੋ ਤਾਂ ਤੁਹਾਡੇ ਕੋਲ ਐਕਚੁਅਲ ਪ੍ਰੂਫ ਹੈ ਜਿਹੜਾ ਤੁਸੀਂ ਸਬਮਿਟ ਕਰ ਰਹੇ ਹੋ, ਕਾਪੀ ਕਰਕੇ ਜਾਂ ਸਕੈਨ ਕਰਕੇ ਤੁਸੀਂ ਰੱਖਿਆ। ਪਰ ਜਿਹੜਾ ਇਲੈਕਟ੍ਰੋਨਿਕ ਹੈ ਉਹਦੇ ਤੇ ਉਹ ਮੈਥਡ ਐਪਲੀਕੇਬਲ, ਹਾਂ ਉਹ ਮੈਥਡ ਹੈਗਾ ਪਰ ਤੁਹਾਨੂੰ ਪ੍ਰੋਫੈਸ਼ਨਲ ਹੋਣਾ ਪਊਗਾ ਤਾਂ ਹੀ ਉਹਨੂੰ ਤੁਸੀਂ ਸੇਵ ਕਰ ਸਕਦੇ ਹੋ। ਪਰ ਇੱਕ ਰੀਜ਼ਨੇਬਲ ਕਾਮਨ ਮੈਨ ਹੈ ਜਿਹੜਾ ਉਹਨੂੰ ਨਹੀਂ ਪਤਾ ਹੋਊਗਾ ਜੀ ਕੀ ਕਰਨਾ ਹੈ, ਤੇ ਉਹ ਸੋਚ ਰਿਹਾ ਹੈ ਉਲਟਾ। ਉਹ ਸੋਚ ਰਿਹਾ ਹੈ ਕਿ ਇਮੀਗ੍ਰੇਸ਼ਨ ਨੇ ਮੇਰੇ ਫਾਇਦੇ ਲਈ ਇਹ ਕੰਮ ਕ੍ਰੀਏਟ ਕੀਤਾ, ਕਿਉਂਕਿ ਉਹ ਲੀਗਲ ਪ੍ਰੋਫੈਸ਼ਨਲ ਨਹੀਂ, ਉਹਨੂੰ ਜਿਹੜਾ ਬੈਸਟ ਇੰਟਰਸਟ ਕਿਵੇਂ ਪ੍ਰੋਟੈਕਟ ਕਰਨਾ ਉਹਦੇ ਬਾਰੇ ਤਾਂ ਜਾਣਕਾਰੀ ਨਹੀਂ। ਉਹ ਤਾਂ ਸੋਚ ਰਿਹਾ ਕਿ ਇਮੀਗ੍ਰੇਸ਼ਨ ਮੇਰੇ ਬੈਸਟ ਇੰਟਰਸਟ 'ਚ ਇਹ ਗੱਲ ਕਰ ਰਹੀ ਹੈ, ਪਰ ਇਦਾਂ ਨਹੀਂ ਹੈਗਾ, ਇਦਾਂ ਨਹੀਂ ਹੈਗਾ। ਤੇ ਇਹ ਜਿਹੜੀ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਵੀ ਇਹ ਇੱਕ ਰਿਕਮੈਂਡੇਸ਼ਨ ਹੈਗਾ, ਜਿਹੜੀਆਂ ਰਿਕਮੈਂਡੇਸ਼ਨਸ ਉਹਨਾਂ ਨੇ ਕੀਤੀਆਂ ਹੈਗੀਆਂ ਨੇ ਉਹਦੇ ਵਿੱਚੋਂ ਵੀ ਆਪਾਂ ਅੱਗੇ ਜਾ ਕੇ ਉਹਦੇ ਬਾਰੇ ਗੱਲ ਕਰਦੇ ਹਾਂ। ਸੋ ਤੇ ਦੂਜੀ ਜਿਹੜੀ ਕਲਾਸ ਸੀਗੀ ਉਹ ਹੈਗੇ ਉਹ ਵਰਕਰਸ, ਜਿਹੜੇ ਕੈਨੇਡਾ ਦੇ ਅੰਦਰ ਹੈਗੇ ਆ, ਉਹ 'ਚ ਬਹੁਤ ਸਾਰੇ ਲੋ ਸਕਿੱਲ ਵੀ ਨੇ ਜਿਹੜੇ ਅਦਰਵਾਈਜ਼ ਕੁਆਲੀਫਾਈ ਨਹੀਂ ਕਰਦੇ ਸੀ। ਸਟੂਡੈਂਟ ਸੀ, ਸੈਕੰਡ ਇਜ਼ ਵਰਕਰ ਜਿਹੜੇ ਅਦਰਵਾਈਜ਼ ਕੁਆਲੀਫਾਈ ਨਹੀਂ ਕਰਦੇ ਸੀਗੇ ਉਹਨਾਂ ਨੂੰ ਵੀ ਮੌਕਾ, ਉਹ 30,000 ਨੇ ਜੀ। ਉਹ ਤੋਂ ਬਾਅਦ ਹੈਗੇ ਨੇ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਨੇ, ਜਿਹੜੇ ਮੈਡੀਕਲ ਸਰਵਿਸਿਜ਼ ਦੇ ਵਿੱਚ ਕੰਮ ਕਰਨ ਵਾਲੇ ਨੇ, ਉਹ 20,000 ਲੋਕ ਨੇ। ਉਹ ਅਰਜ਼ੀਆਂ ਸਭ ਤੋਂ ਬਾਅਦ 'ਚ ਭਰਨਗੀਆਂ। ਜਿਹੜੀਆਂ 30,000 ਵਾਲੀਆਂ ਨੇ ਉਹ ਵੀ ਹਾਲੇ ਟਾਈਮ ਲੱਗੂਗਾ ਭਰਨ ਨੂੰ, ਪਰ ਜਿਹੜਾ ਸਭ ਤੋਂ ਪਹਿਲਾਂ ਵਾਲਾ ਸੀਗਾ ਉਹ ਇੱਕ ਇਹੋ ਜਿਹਾ ਸਲਿਪਰੀ ਸਲੋਪ ਸੀਗਾ ਜਿੱਥੇ ਹਰ ਬੰਦਾ ਸੋਚਦਾ ਸੀ ਮੈਂ ਕੁਆਲੀਫਾਈ ਕਰਦਾ ਹੈਗਾ, ਪਰ ਉਹ ਤੁਹਾਨੂੰ ਇਕੱਲਾ ਕੁਆਲੀਫਾਈ ਕਰਨਾ ਨਹੀਂ, ਜਿਵੇਂ ਆਪਾਂ ਗੱਲ ਕੀਤੀ ਹੈ, ਤੇ ਫਾਰਮ ਤੇ ਕੰਟੈਂਟ 'ਚ ਵੀ ਪੂਰਾ ਹੋਣਾ ਪਊਗਾ। ਸਵਾਲ ਇੱਕ ਹੋਰ ਆਉਂਦਾ ਹੈ ਕਿ ਉਹ 40,000 ਕੀਤਾ ਫੋਰ ਐਗਜ਼ਾਮਪਲ ਜੀ, 40,000 ਚੋਂ ਖੁਦਾ ਨਾ ਖਾਸਤਾ 5,000 ਰਿਜੈਕਟ ਹੋ ਗਏ ਜੀ। ਬਿਲਕੁਲ, ਕੀ ਉਹ 40,000 ਪੂਰਾ ਕਰਨਗੇ ਹੋਰ 5,000 ਲੈ ਕੇ, ਕਿ ਜਿਹੜਾ ਕਰਨਾ ਸੀ ਹੋ ਗਿਆ? ਮਿਨਿਸਟਰ ਨੇ ਕਿਹਾ ਇਹਦੇ 'ਚ ਤਾਂ ਕੋਈ ਵਾਧਾ ਨਹੀਂ ਕਰਨਗੇ। ਹਾਂ, ਉਹ ਹੋਰ ਕਿਸਮ ਦੀ ਕੋਈ ਪਬਲਿਕ ਪਾਲਿਸੀ ਲਿਆ ਸਕਦੇ ਨੇ ਜੇ ਬਾਹਰੋਂ ਆਉਣ ਵਾਲੇ ਲੋਕ ਪੂਰੇ ਨਹੀਂ ਹੋਣਗੇ, ਕਿਉਂਕਿ ਜਿਹੜੀਆਂ ਬਾਹਰ ਵਾਲੀਆਂ ਅਰਜ਼ੀਆਂ ਨੇ ਉਹ ਵੀ ਚੱਲੀਆਂ ਜਾ ਰਹੀਆਂ ਨੇ। ਕਿ ਤੁਸੀਂ ਨੋਟ ਕੀਤਾ ਹੋਣਾ ਜਿਹੜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈ, ਜਿਹੜਾ ਇਕਨੋਮਿਕ ਕਲਾਸ ਐਪਲੀਕੇਸ਼ਨਸ ਨੇ, ਉਹਦਾ ਸਕੋਰ ਹੁਣ ਥੱਲੇ ਨੂੰ ਆਉਣਾ
ਸ਼ੁਰੂ ਹੋ ਗਿਆ ਹਾਂ ਕਿਉਂਕਿ ਉਹ ਲੋਕ ਵੀ ਤਾਂ ਪੂਲ 'ਚ ਨੇ ਨਾ, ਉਹ ਕੁਆਲੀਫਾਈਡ ਹੈਗੇ ਨੇ, ਉਹਨਾਂ ਨੇ ਸਾਰਾ ਕ੍ਰਾਈਟੇਰੀਆ ਪੂਰਾ ਕੀਤਾ। ਐਕਚੁਅਲ ਮੌਕਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਣਾ ਚਾਹੀਦਾ, ਉਹਨਾਂ ਨੂੰ ਚਾਹੀਦਾ ਸੀਗਾ। ਹੁਣ ਇਹ ਕਈ ਲੋਕਾਂ ਦਾ ਇਹ ਵਿਚਾਰ ਵੀ ਹੈਗਾ ਕਿ ਪਹਿਲਾਂ ਉਹ 2 ਸਾਲ ਇੱਥੇ ਪੜ੍ਹੇ ਆ, ਫਿਰ ਉਹਨਾਂ ਨੇ 1 ਸਾਲ ਕੰਮ ਕੀਤਾ ਘੱਟੋ ਘੱਟ, ਉਹ ਤੋਂ ਬਾਅਦ ਉਹ ਇਮੀਗ੍ਰੇਸ਼ਨ ਲਈ ਕੁਆਲੀਫਾਈ ਹੋਏ ਨੇ, ਪਰ ਉਹਨਾਂ ਤੋਂ ਮੂਹਰੇ ਇੱਕ ਮੌਕਾ ਕਿਸੇ ਹੋਰ ਨੂੰ ਦੇਤਾ ਜਿਹਨੇ ਕੋਈ ਕੰਮ ਤਾਂ ਕਰਿਆ ਹੀ ਨਹੀਂ ਹਾਲੇ ਤੱਕ, ਜਿਹਨੇ ਸਿਰਫ ਕੈਨੇਡਾ 'ਚ ਪੜ੍ਹਾਈ ਕੀਤੀ ਸੀਗੀ। ਸੋ ਸ਼ਾਇਦ ਉਹ ਜਿਹੜੀ ਕੈਟਾਗਰੀ ਆ ਉਹਦੇ ਦੁਬਾਰੇ ਆਉਣ ਦੇ ਚਾਂਸਸ ਨਹੀਂ ਹੋਣਗੇ, ਕਿਉਂਕਿ ਹੁਣ ਇਕਨੋਮਿਕ ਕਲਾਸ ਦੇ ਵਿੱਚ ਵੀ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਪਈਆਂ ਨੇ। ਹਾਂ, ਜੇ ਇਹੀ ਕ੍ਰਾਈਟੇਰੀਆ ਕਰਕੇ, ਜਿਵੇਂ ਆਪਾਂ ਪਹਿਲਾਂ ਕਿਹਾ ਸੀ ਕਿ 2 ਲੱਖ ਦੇ ਨੇੜੇ ਨੰਬਰ ਹੋ ਸਕਦਾ ਹੈ, ਜੇ ਕ੍ਰਾਈਟੇਰੀਆ ਪੂਰਾ ਹੋ ਜਾਂਦਾ ਫਿਰ ਸ਼ਾਇਦ ਇਹ ਮੌਕੇ ਦੁਬਾਰੇ ਨਹੀਂ ਆਉਣਗੇ। ਤੇ ਦੂਜੀ ਜਿਹੜੀ ਗੱਲ ਹੈਗੀ ਹੈ ਉਹ ਪ੍ਰੋਸੈਸਿੰਗ ਤੇ ਵੀ ਬਹੁਤ ਮੈਟਰ ਕਰੂਗੀ ਜੀ, ਕਿਉਂਕਿ ਜੇ ਹੁਣ ਜਿਹੜੇ ਲੋਕ ਨੰਬਰਸ ਥੱਲੇ ਆ ਰਹੇ ਨੇ, ਜਾਂ ਆਪਾਂ ਪ੍ਰਾਈਮ ਮਿਨਿਸਟਰ ਦਾ ਬਿਆਨ ਵੀ ਸੁਣਿਆ ਕਿ ਜਦੋਂ 75% ਪਾਪੂਲੇਸ਼ਨ ਵੈਕਸੀਨੇਟ ਹੋ ਗਈ ਉਹ ਤੋਂ ਬਾਅਦ ਸਿਚੁਏਸ਼ਨ ਹੋ ਗਈ, ਤਾਂ ਸ਼ਾਇਦ ਕੰਮ ਦੀ ਸਪੀਡ ਵੀ ਵਧਣੀ ਸ਼ੁਰੂ ਹੋ ਚੁੱਕੀ। ਪਰ ਸਟਿਲ ਗਵਰਨਮੈਂਟ ਐਂਸਰੇਬਲ ਆ ਆਪਣੇ ਲੋਕਾਂ ਨੂੰ, ਪਰ ਜੇ ਬਾਹਰੋਂ ਖੋਲਣਗੇ ਤੇ ਉਹਨਾਂ ਮੁਲਕਾਂ ਤੋਂ ਖੋਲਣਗੇ ਜਿੱਥੇ ਹਾਲਾਤ ਬਹੁਤ ਖਰਾਬ ਨੇ, ਤਾਂ ਫਿਰ ਪਬਲਿਕ ਨੂੰ ਜਵਾਬ ਦੇਣਾ ਬਹੁਤ ਔਖਾ ਹੋਊਗਾ। ਇਸੇ ਕਰਕੇ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਵਿਦਨ ਕੈਨੇਡਾ ਹੀ ਇਹ ਪ੍ਰੋਸੈਸਿੰਗ ਕਰਦੇ ਰਹਿਣ, ਕੋਡ ਵਗੈਰਾ ਹਾਂਜੀ ਬਿਲਕੁਲ ਆਸਣ। ਤੇ ਵੇਰੀਐਂਟਸ ਵੀ ਓਡੀ ਪ੍ਰੋਬਲਮ ਹੈ, ਹੁਣ ਜੇ ਕੋਈ ਹੋਰ ਵੇਰੀਐਂਟ ਆ ਜਾਂਦਾ ਤੇ ਉਹਦੇ ਨਾਲ ਨਵਾਂ ਹੋ ਜਾਂਦਾ ਤੇ ਉਹ ਤੇ ਆ ਜਿਹੜੀ ਲਾਈਵ ਵੈਕਸੀਨ ਕੰਮ ਹੀ ਨਹੀਂ ਕਰਦੀ, ਤਾਂ ਫਿਰ ਦੁਬਾਰੇ ਫਿਰ ਆਪਾਂ ਨਵੀਂ ਸਿਚੁਏਸ਼ਨ 'ਚ ਪਹੁੰਚ ਸਕਦੇ ਹਾਂ। ਦੇਸ਼ ਵੀ ਨਹੀਂ ਅਜਿਹਾ ਕਰਨਾ ਚਾਹੀਦਾ। ਬਿਲਕੁਲ ਜੀ। ਜਿਹੜਾ ਇਮੀਗ੍ਰੇਸ਼ਨ ਹੈ ਇਸ ਸਾਲ ਦੇ ਵਿੱਚ ਸਰਟਨ ਕੋਟਾ ਜੀ, ਕੋਈ ਹੋਇਆ 4 ਲੱਖ ਹੋਇਆ, ਬਿਲਕੁਲ ਕੋਵਿਡ ਕਰਕੇ ਨਹੀਂ ਪੂਰਾ ਹੁੰਦਾ, ਉਹ ਇਸ ਸਾਲ ਦਾ ਕੋਟਾ ਖਤਮ ਹੋ ਗਿਆ, ਅਗਲੇ ਸਾਲ ਦਾ ਨਵਾਂ ਸ਼ੁਰੂ ਹੋਏਗਾ। ਹੁਣ ਵਾਲੇ ਦਾ ਜਿਹੜਾ ਰਹਿ ਗਿਆ ਉਹ ਅਗਲੇ ਸਾਲ 'ਚ ਐਡ ਕੀਤਾ ਜਾਵੇਗਾ। ਸੈਕਸ਼ਨ 91 ਦੇ ਥੱਲੇ ਮਿਨਿਸਟਰ ਆਫ ਇਮੀਗ੍ਰੇਸ਼ਨ ਦਾ ਇਹ ਜ਼ਿੰਮੇਵਾਰੀ ਹੈ ਕਿ ਉਹ ਹਰ ਸਾਲ ਨਵੰਬਰ ਦੇ ਵਿੱਚੋਂ ਪਾਰਲੀਮੈਂਟ ਨੂੰ ਪਿਛਲੇ ਸਾਲ ਦਾ ਹਿਸਾਬ ਦੇਵੇ ਤੇ ਅਗਲੇ ਸਾਲ ਦਾ ਕੀ ਕਰਨਾ ਚਾਹੁੰਦਾ ਉਹ ਦੱਸੇ। ਹਾਂਜੀ, ਉਹਨੂੰ ਐਨੂਅਲ ਰਿਪੋਰਟ ਆਖਿਆ ਜਾਂਦਾ ਹੈਗਾ। ਸੋ ਉਹਨੇ ਜਿਹੜਾ ਫਸਟ ਵੀਕ ਆਫ ਨਵੰਬਰ ਦੇ ਵਿੱਚੋਂ ਦੇਣੀ ਹੁੰਦੀ ਹੈ ਜੇ ਪਾਰਲੀਮੈਂਟ ਹੈ, ਅਦਰਵਾਈਜ਼ ਨਹੀਂ 30 ਦਿਨਾਂ ਦੇ ਵਿੱਚ ਉਹ ਦੇਣੀ ਹੈ। ਸੋ ਹਰ ਵਾਰ ਉਹ ਰਿਪੋਰਟ ਹੈ ਜਿਹੜੀ ਦਿੰਦੇ ਨੇ, ਤੇ ਉਹ ਰਿਪੋਰਟ ਦੇ ਮੁਤਾਬਕ ਹੀ ਉਹਨਾਂ ਨੂੰ ਕੰਮ ਕਰਨਾ ਅਲਾਉਡ ਹੁੰਦਾ ਹੈ। ਉਨੀ ਹੀ ਬਜਟ ਐਲੋਕੇਸ਼ਨ ਹੈ ਜਿਹੜੀ ਉਹ ਕੀਤੀ ਜਾਂਦੀ ਹੈਗੀ ਹੈ। ਸੋ ਤੋਂ ਬਾਅਦ ਬਜਟ ਐਲੋਕੇਸ਼ਨ ਵੀ ਕੀਤੇ ਜਾਂਦੇ। ਤੇ ਦੂਜਾ ਜਿਹੜੇ ਨੰਬਰਸ ਨੇ, ਮੈਂ ਕਹਿੰਦੀ ਇਹ ਟਾਰਗੇਟਸ ਨੇ, ਇਹ ਟਾਰਗੇਟਸ ਨੇ। ਤੇ ਚੰਗੀ ਗੱਲ ਇਹ ਹੈ ਕਿ 18 ਤੇ 19 ਦੇ ਵਿੱਚੋਂ ਟਾਰਗੇਟਸ ਅਚੀਵ ਵੀ ਕਰ ਲਏ ਗਏ ਸੀਗੇ। ਪਿਛਲੇ ਸਾਲਾਂ 'ਚ ਨਹੀਂ ਹੋਇਆ ਹਿਸਟਰੀ 'ਚ, ਇਹ ਪਹਿਲੀ ਵਾਰ ਸੀ ਕਿ 18-19 'ਚ ਐਕਚੁਅਲ ਟਾਰਗੇਟ ਅਚੀਵ ਕਰ ਲਏ ਗਏ ਸੀ। ਜਦੋਂ ਉਧਰ ਨੂੰ ਵੱਧ ਰਹੇ ਸੀ ਉਦੋਂ ਹੀ ਉਹ ਤੋਂ ਬਾਅਦ ਕੋਵਿਡ ਦੀ ਮਾਰ ਹੈ ਜਿਹੜੀ ਉਹ ਪੈ ਗਈ, ਉਹ ਫਿਰ ਥੱਲੇ ਨੂੰ ਆਉਣੇ ਸ਼ੁਰੂ ਹੋ ਗਏ। ਸਾਲ 1914 ਜਦੋਂ ਫਸਟ ਵਰਲਡ ਵਾਰ ਦਾ ਇਨੀਸ਼ੀਏਸ਼ਨ ਹੋਇਆ ਸ਼ੁਰੂ ਹੋਈ ਹੈ, ਹਾਂਜੀ, ਉਸ ਸਮੇਂ ਲਾਰਜੈਸਟ ਮਾਈਗ੍ਰੇਸ਼ਨ ਹੋਇਆ ਸੀ ਕੈਨੇਡਾ ਨੂੰ। ਉਹ ਪਹਿਲਾ ਸਾਲ ਸੀ ਜਦੋਂ 4 ਲੱਖ ਇਮੀਗ੍ਰੈਂਟ ਨੇ ਜਿਹੜੇ ਯੂਰਪ ਤੋਂ ਮੂਵ ਹੋ ਕੇ ਕੈਨੇਡਾ ਆਏ ਸੀਗੇ। ਇਹ ਨੰਬਰ ਅੱਜ ਤੱਕ ਅਚੀਵ ਨਹੀਂ ਹੋਇਆ ਕਦੇ, ਕਿਉਂਕਿ ਜਿਹੜਾ ਕਾਨੂੰਨ ਵੀ ਹੈ ਉਹ ਵੀ ਕਹਿੰਦਾ ਹੈਗਾ ਕਿ ਆਪਾਂ ਨੂੰ 1% ਆਫ ਪੋਪੂਲੇਸ਼ਨ ਚਾਹੀਦੀ ਹੈ। ਸੋ ਜੇ ਆਪਾਂ 37 ਮਿਲੀਅਨ ਹੈ ਤਾਂ ਆਪਾਂ ਨੂੰ 370,000 ਚਾਹੀਦੇ ਨੇ। ਉਸੇ ਹਿਸਾਬ ਨਾਲ ਉਹਨਾਂ ਨੇ ਟਾਰਗੇਟਸ ਜਿਹੜੇ ਰੱਖੇ ਨੇ, ਕਿਉਂਕਿ ਉਹ ਵੱਧਦੇ ਜਾਣਗੇ ਤਾਂ ਟਾਰਗੇਟਸ ਵੀ ਵੱਧਦੇ ਜਾਣਗੇ ਜੀ। ਆਪਾਂ ਬ੍ਰੇਕ ਲਈ ਇੱਕ ਛੋਟੀ ਜੀ ਜ਼ਰੂਰ। ਲਓ ਜੀ, ਅਸੀਂ ਵਾਪਸ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ। CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਸਾਹਿਬ ਸਾਡੇ ਨਾਲ ਨੇ ਜੀ। ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦੇ ਸੰਬੰਧੀ ਸਵਾਲ ਹੈਗਾ, ਤੁਸੀਂ ਇਸ ਵੇਲੇ ਲਾਈਵ ਉਹਨਾਂ ਨੂੰ ਫੋਨ ਕਰਕੇ ਆਪਣਾ ਸਵਾਲ ਕਰ ਸਕਦੇ ਹੋ। ਖਹਿਰਾ ਸਾਹਿਬ, ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀਗੀ ਕਿ ਜਿਹੜੀ ਪਾਰਲੀਮੈਂਟਰੀ ਕਮੇਟੀ ਹੈ ਉਹਨੇ ਕੁਝ ਰਿਕਮੈਂਡੇਸ਼ਨਸ ਆਈਆਂ ਨੇ, ਉਹ ਰਿਕਮੈਂਡੇਸ਼ਨਸ ਕੀ ਨੇ ਤੇ ਉਹ ਪਾਰਲੀਮੈਂਟ ਕਮੇਟੀ ਹੈ ਕੀ ਐਕਚੁਅਲੀ? ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ, MPs ਦਾ ਰੋਲ ਕੀ ਹੈ ਜੀ? MPs ਦਾ ਰੋਲ ਇਹਨਾਂ ਕਮੇਟੀਜ਼ 'ਚ ਬੈਠਣਾ ਹੈਗਾ ਤਾਂ ਕਿ ਉਹ ਸੁਧਾਰ ਲਈ ਰਿਕਮੈਂਡੇਸ਼ਨਸ ਕਰ ਸਕਣ। ਸੋ ਹਰੇਕ ਡਿਪਾਰਟਮੈਂਟ ਦੀਆਂ ਕਮੇਟੀਜ਼ ਹੁੰਦੀਆਂ ਨੇ, ਉਵੇਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਵੀ ਇੱਕ ਪਾਰਲੀਮੈਂਟਰੀ ਕਮੇਟੀ ਹੈ ਜਿਹਦੇ ਚੇਅਰ ਹੁੰਦਾ ਤੇ ਅੱਗੇ ਮੈਂਬਰਸ ਹੁੰਦੇ ਨੇ, ਤੇ ਉਹ ਸਾਰੇ ਬਹਿ ਕੇ ਵਿਚਾਰ, ਬਿਲਕੁਲ ਜੀ, ਸਾਰੀਆਂ ਪਾਰਟੀਆਂ ਮੈਂਬਰ ਹੁੰਦੇ ਆ ਤੇ ਉਹਨਾਂ ਨੂੰ ਫਿਰ ਇਕੱਠਿਆਂ ਬਹਿ ਕੇ ਵਿਚਾਰ ਆ ਜਿਹੜੇ ਕੀਤੇ ਜਾਂਦੇ, ਉਹ ਵਿਟਨੈਸ ਦੀ ਗੱਲ ਵੀ ਸੁਣਦੇ ਨੇ ਤੇ ਉਹ ਤੋਂ ਬਾਅਦ ਉਹ ਰਿਕਮੈਂਡੇਸ਼ਨਸ ਉਹ ਕਮੇਟੀ ਕਰਦੀ ਹੈਗੀ ਹੈ। ਸੋ ਇਹ ਜਿਹੜੀ ਕਮੇਟੀ ਨੇ ਹੁਣ ਰਿਕਮੈਂਡੇਸ਼ਨ ਕੀਤੀਆਂ, ਬਹੁਤ ਲੰਬੀ ਲਿਸਟ ਹੈਗੀ, ਕਰੀਬਨ 36 ਰਿਕਮੈਂਡੇਸ਼ਨਸ ਕੀਤੀਆਂ ਹੈਗੀਆਂ ਨੇ, ਪਰ ਮੈਂ ਮੋਟੇ ਤੌਰ ਤੇ ਜਿਹੜੀਆਂ ਡਾਇਰੈਕਟਲੀ ਕਮਿਊਨਿਟੀ ਨੂੰ ਇਫੈਕਟ ਕਰਦੀਆਂ ਨੇ ਉਹ ਦੱਸਣਾ ਚਾਹੁੰਦਾ ਹੈਗਾ।
ਸੋ ਸਭ ਤੋਂ ਜਿਹੜੀ ਜਿਵੇਂ ਆਪਾਂ ਗੱਲ ਕੀਤੀ ਸੀ ਉਹ ਡਿਸੀਜਨ ਦੀ ਗੱਲ ਕੀਤੀ ਸੀ ਹਾਂਜੀ ਜੀ ਕਿ ਜਿਹੜਾ ਡਿਸੀਜਨ ਹੈ ਉਹ ਇਲੈਬੋਰੇਟ ਹੋਣਾ ਚਾਹੀਦਾ ਹੈ ਤੇ ਉਹ ਟਾਈਮਲੀ ਮੈਨਰ 'ਚ ਹੋਣਾ ਚਾਹੀਦਾ ਹੈ। ਸੋ ਇਹ ਸਭ ਤੋਂ ਵੱਡੀ ਰეკਮੈਂਡੇਸ਼ਨ ਹੈਗੀ ਐਤਕੀ ਕਿ ਜਦੋਂ ਵੀ ਵੀਜ਼ਾ ਆਫਿਸਰ ਕੋਈ ਫੈਸਲਾ ਕਰੇ ਤਾਂ ਉਹ ਡਿਸੀਜਨ ਦੇ ਨਾਲ ਰੀਜ਼ਨਸ ਦੇਵੇ। ਓਕੇ ਰੀਜ਼ਨਸ ਦੇਣ ਦੇ ਨਾਲ ਉਹ ਇਹ ਵੀ ਕਰੇ ਕਿ ਹਾਂ ਤੇਰੇ ਅੱਗੇ ਦੇ ਹੱਕ ਕੀ ਨੇ, ਇਹ ਵੀ ਉਹ ਚਿੱਠੀ ਦੇ ਵਿੱਚੋਂ ਹਾਂਜੀ ਜ਼ਰੂਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ? ਹੈਲੋ ਜੀ। ਹਾਂਜੀ ਹਰੀਪਾਲ ਸਿੰਘ ਬੋਲ ਰਿਹਾ ਹਾਂਜੀ, ਬਰਮਟਨ ਤੋਂ। ਸਵਾਲ ਕੀ ਹੈ ਜੀ? ਹਾਂਜੀ ਸਵਾਲ ਹੈ, ਮੈਂ ਕੁਛ ਨਹੀਂ, ਪੇਸ਼ੈਂਟ ਦੀ ਜਿਹੜੀ ਇਮੀਗ੍ਰੇਸ਼ਨ ਖੋਲਣੀ ਸੀ ਉਹ ਵੀ ਆਏਗੀ, ਨੰਬਰ ਆਏਗਾ ਕਿ ਨਹੀਂ? ਤੁਸੀਂ ਜਿਹੜਾ ਲੋਟਰੀ ਸਿਸਟਮ ਦੀ ਗੱਲ ਕਰਦੇ ਆ ਜੀ? ਹਾਂਜੀ ਜੀ ਜੀ ਜ਼ਰੂਰ। ਉਹ ਹਾਲੇ ਤੱਕ ਉਹਦੇ ਤੇ ਕੋਈ ਵਿਚਾਰ ਨਹੀਂ ਆਇਆ ਹੈਗਾ ਜੀ। ਸੋ ਹਾਂਜੀ, ਉਹ ਹਰ ਸਾਲ ਦੇ ਵਿੱਚ ਖੋਲਣੀ ਹੈ ਤਾਂ ਆਫ ਕੋਰਸ ਹਾਲੇ ਆਪਾਂ 5ਵੇਂ ਮਹੀਨੇ 'ਚ ਹੈਗੇ ਆ, ਸੋ ਥੋੜਾ ਚਿਰ ਆਪਾਂ ਨੂੰ ਇੰਤਜ਼ਾਰ ਕਰਨਾ ਪਊਗਾ। ਹਾਂਜੀ ਉਹ ਕਦੇ ਵੀ ਖੁੱਲ ਜੂਗੀ, ਪਰ ਜ਼ਰੂਰ ਖੁੱਲੂਗੀ ਉਹ। ਓਕੇ ਜੀ, ਥੈਂਕ ਯੂ ਜੀ। ਕਾਰ ਖੋਲ ਲਈਏ ਜੀ ਜ਼ਰੂਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਤੇ ਆਪਣੇ ਟੈਂਟ ਤੋਂ ਬੋਲਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣੇ ਪੁੱਛਣਾ ਚਾਹੀਦਾ, ਸਾਡਾ ਭਾਂਜਾ ਉਹਦੇ ਫਿੰਗਰਪ੍ਰਿੰਟ ਵੀ ਹੋ ਗਿਆ ਤੇ ਆਪਣੇ ਅਚੀਵਮੈਂਟ ਆਇਆ, 3 ਮਹੀਨੇ ਹੋ ਗਏ ਫੈਲ ਲਾਈਨ, ਹਜੇ ਤੱਕ ਵੀਜ਼ਾ ਨਹੀਂ ਆਇਆ। ਕਿੱਥੇ ਜੀ? ਇੰਡੀਆ ਦੇ ਵਿੱਚ ਹੈ ਜੀ ਉਹ? ਹਾਂਜੀ ਸੋ ਜੇ ਬਿਲਕੁਲ ਜੀ, ਸੋ ਜੇ ਉਹਦੀ ਮਈ ਮਹੀਨੇ ਤੋਂ ਪਹਿਲਾਂ ਦੀ ਫਾਈਲ ਲੱਗੀ ਹੋਈ ਹੈ, ਹਾਂਜੀ ਜੋ ਉਹਨੇ ਸੈਪਟੈਂਬਰ ਦੇ ਵਿੱਚ ਆਉਣਾ ਹੈਗਾ ਉਹ ਤੇ ਫੈਸਲਾ ਜ਼ਰੂਰ ਹੋ ਜਾਊਗਾ। ਕਿਉਂਕਿ ਇਮੀਗ੍ਰੇਸ਼ਨ ਮਹਿਕਮੇ ਨੇ ਗੱਲ ਕਹੀ ਸੀ ਕਿ ਜਿਹੜੀਆਂ ਫਾਈਲਾਂ 15 ਮਈ ਤੋਂ ਪਹਿਲਾਂ ਦਾਖਲ ਹੋ ਜਾਣਗੀਆਂ ਜੀ, ਉਹ ਸੈਪਟੈਂਬਰ ਤੇ ਕਲਾਸਾਂ ਸ਼ੁਰੂ ਹੋਣ ਤੱਕ ਉਹ ਸਟੂਡੈਂਟਸ ਨੂੰ ਜਿਹੜਾ ਪ੍ਰੋਸੈਸਿੰਗ ਹੋ ਜੂਗੀ। ਪਰ ਜਿਹਨੇ 15 ਮਈ ਤੋਂ ਬਾਅਦ ਹੋਣਗੀਆਂ ਸ਼ਾਇਦ ਉਹ ਸੈਪਟੈਂਬਰ ਤੱਕ ਨਹੀਂ ਹੋਣਗੀਆਂ। ਜਿਵੇਂ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਸੀ, ਕਿਉਂਕਿ ਇਹ ਹਾਈ ਪ੍ਰਾਇੋਰਟੀ ਪ੍ਰੋਸੈਸਿੰਗ ਹੈ, ਕਿਉਂਕਿ ਇੱਕ ਸਰਟਨ ਦਿਨ ਹੀ ਸਕੂਲ ਸ਼ੁਰੂ ਹੋਣਾ ਹੁੰਦਾ ਜੀ, ਉਹ ਅੱਗੇ ਪਿੱਛੇ ਤਾਂ ਨਹੀਂ ਹੋ ਸਕਦਾ। ਉਹ ਤੋਂ ਪਹਿਲਾਂ ਜਿਹੜਾ ਇੰਡੀਵਿਜੂਅਲ ਆ ਉਹਦਾ ਪਹੁੰਚਣਾ ਜ਼ਰੂਰੀ ਹੁੰਦਾ ਇੱਥੇ, ਤੇ ਉਸ ਲਈ ਉਹਦੀ ਪ੍ਰੋਸੈਸਿੰਗ ਵੀ ਪ੍ਰਾਇੋਰਟੀ ਦੇ ਨਾਲ ਕੀਤੀ ਜਾਂਦੀ ਹੈਗੀ ਹੈ ਜੀ। ਓਕੇ ਜੀ, ਥੈਂਕ ਯੂ ਜੀ। ਕਾਲ ਖੋਲ ਲਈ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ? ਹੈਲੋ ਸਤਿ ਸ਼੍ਰੀ ਅਕਾਲ ਸਰ, ਮੇਰਾ ਸਵਾਲ ਸੀਗਾ TR to TR ਐਸੈਂਸ਼ੀਅਲ ਵਰਕਰ ਸਟਰੀਮ ਵਾਸਤੇ ਜੀ। ਕੀ ਸਵਾਲ ਹੈ ਜੀ? ਹਾਂਜੀ, ਮੈਂ ਇਹ ਪੁੱਛਣਾ ਸੀਗਾ ਕਿ ਜਦੋਂ ਹਜੇ ਤਾਂ ਗਵਰਨਮੈਂਟ ਨੇ ਦੱਸਿਆ ਨਹੀਂ ਕਿ AOR ਕਾਰਡ ਨਾ ਕਿੰਨਾ ਟਾਈਮ ਲੱਗਣਾ, ਜੇ ਉਹ ਆਉਂਦਾ ਨੇ ਉਹਦਾ ਕੀ ਮਤਲਬ ਹੁੰਦਾ ਕਿ ਸ਼ੋਰਿਟੀ ਹੁੰਦੀ ਹੈ ਕਿ ਤੁਹਾਡੇ ਡਾਕੂਮੈਂਟਸ ਸਾਰੇ ਓਕੇ ਆ? ਬਹੁਤ ਵਧੀਆ ਸਵਾਲ ਹੈ ਜੀ। ਹਾਂਜੀ Very ਤੁਹਾਨੂੰ ਸਕਰੀਨ ਤੇ ਅਸੀਂ ਜਵਾਬ ਦਿੰਦੇ ਹਾਂ। ਥੈਂਕ ਯੂ। ਬਿਲਕੁਲ। ਇੱਕ ਗੱਲ ਮੈਂ ਸਾਂਝੀ ਕਰ ਦੇਣਾ ਚਾਹੁੰਦਾ ਜੀ ਕਿ ਜੁਲਾਈ ਦੇ ਨੇੜੇ ਤੇੜੇ ਜਿਹੜੇ AOR ਨੇ ਉਹ ਆਉਣੇ ਸ਼ੁਰੂ ਹੋ ਜਾਣਗੇ। ਐਕਨੋਲਜਮੈਂਟ ਹੈਗਾ ਜਿਹੜਾ, ਉਹ ਜੁਲਾਈ ਦੇ ਨੇੜੇ ਤੇੜੇ ਆਉਣੇ ਸ਼ੁਰੂ ਹੋਣਗੇ। ਓਕੇ, ਹਾਂਜੀ ਬਿਲਕੁਲ ਸਹੀ ਗੱਲ ਹੈ। ਸੋ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੇ ਕਾਗਜ਼ ਪੂਰੇ ਨੇ, ਉਹਦਾ ਸਿਰਫ ਮਤਲਬ ਇਹ ਹੈਗਾ ਕਿ ਤੁਹਾਡੀ ਅਰਜ਼ੀ ਮਿਲ ਚੁੱਕੀ ਹੈ। ਓਕੇ, ਇਹਦਾ ਮਤਲਬ ਇਹ ਹੈਗਾ। ਸੋ ਜਿਹੜਾ ਕਿਉਂਕਿ ਇਹ ਪ੍ਰੋਸੈਸ ਦੇ ਵਿੱਚ ਕਨਫਰਮੇਸ਼ਨ ਕਿ ਤੁਹਾਡੀ ਅਰਜ਼ੀ ਮਿਲ ਚੁੱਕੀ ਹੈ। ਓਕੇ, ਉਹ ਤੋਂ ਬਾਅਦ ਜਿਹੜੀਆਂ ਤਾਂ ਜਿੱਥੇ R11 ਹੈਗਾ, ਉਹ ਤੋਂ ਬਾਅਦ ਉਹ ਅਗਲਾ ਪ੍ਰੋਸੈਸ ਹੈਗਾ ਕਿ ਜਦੋਂ ਕਿਸੇ ਨੇ ਕੋਖ ਪੜਤਾਲ ਕਰਕੇ ਦੇਖਣੀ ਹੈ ਕਿ ਉਹ ਪੂਰੇ ਹੈਗੇ ਨੇ ਜਾਂ ਨਹੀਂ ਹੈਗੇ, ਉਹ ਅਗਲਾ ਪ੍ਰੋਸੈਸ ਹੈ। ਓਕੇ, AOR ਦਾ ਮਤਲਬ ਹੈਗਾ ਕਿ ਐਕਨੋਲਜਮੈਂਟ ਹੈ ਕਿ ਤੁਹਾਡੀ ਐਕਨੋਲਜਮੈਂਟ ਆਫ ਰਿਸੀਟ ਕਿ ਤੁਹਾਡੀ ਅਰਜ਼ੀ ਮਿਲ ਚੁੱਕੀ ਹੈ, ਸਿਰਫ ਮਿਲ ਚੁੱਕੀ ਹੈ। ਉਹ ਪੂਰੀ ਹੈ ਜਾਂ ਨਹੀਂ ਹੈਗੀ ਉਹ ਹਾਲੇ ਫੈਸਲਾ ਨਹੀਂ ਹੋਣਾ, ਉਹ ਅਗਲਾ ਸਟੈਪ ਹੈ ਜਿਹੜਾ ਉਸ ਤੋਂ ਬਾਅਦ ਮਿਲਦਾ ਹੈਗਾ। ਤੇ ਦੂਜਾ ਇਹ ਵੀ ਮੈਂ ਨਾਲ ਸ਼ੇਅਰ ਕਰਦਾ ਜੀ ਕਿ ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਇਕਨੋਮਿਕ ਕਲਾਸ ਐਪਲੀਕੇਸ਼ਨ ਨਹੀਂ ਹੈਗੀ ਹੈ, ਸੋ ਇਹ ਤੁਹਾਡਾ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਕੋਲ AOR ਹੈ ਤੁਹਾਨੂੰ ਬ੍ਰਿਜਿੰਗ ਵਰਕ ਪਰਮਿਟ ਮਿਲ ਜੂਗਾ। ਇਹ ਬਿਲਕੁਲ ਨਹੀਂ ਮਿਲੂਗਾ, ਬਿਲਕੁਲ ਵੀ ਨਹੀਂ ਮਿਲੂਗਾ ਜੀ, ਕਿਉਂਕਿ ਇਹ ਪਬਲਿਕ ਪਾਲਿਸੀ ਦੇ ਅਧੀਨ ਹੈ। ਸੋ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਆਪਣੇ ਸਟੇਟਸ ਨੂੰ ਬਰਕਰਾਰ ਰੱਖਣਾ ਹੈ। ਤੇ ਦੂਜਾ, ਜਦੋਂ ਅਰਜ਼ੀ ਦਾਖਲ ਕੀਤੀ ਹੈ ਉਸ ਦਿਨ ਵੀ ਕੈਨੇਡਾ 'ਚ ਹੋਣੇ ਚਾਹੀਦੇ ਹੋ, ਤੇ ਜਿੱਦੇ ਫੈਸਲਾ ਹੋਣਾ ਉਸ ਦਿਨ ਵੀ ਕੈਨੇਡਾ 'ਚ ਹੋਣੇ ਚਾਹੀਦੇ ਹੋ। ਜੇ ਇਸ ਦੌਰਾਨ ਕੈਨੇਡਾ ਛੱਡ ਕੇ ਚਲੇ ਜਾਂਦੇ ਹੋ ਤਾਂ ਫਿਰ ਵੀ ਤੁਹਾਡੀ ਅਰਜ਼ੀ ਰਿਜੈਕਟ ਹੋ ਸਕਦੀ ਹੈ ਤੇ ਤੁਸੀਂ ਵੈਲਿਡ ਸਟੇਟਸ ਤੇ ਚਾਹੀਦੇ ਹੋ। ਤੇ ਤੁਹਾਨੂੰ ਇਹ ਮੇਕ ਸ਼ੋਰ ਕਰਨਾ ਚਾਹੀਦਾ ਹੈ, ਇਹ ਨਾ ਸੋਚਿਆ ਜਾਵੇ ਕਿ ਜਿਵੇਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚੋਂ ਜਦੋਂ ਤੁਹਾਡਾ AOR ਹੋ ਜਾਂਦਾ ਹੈ ਉਸ ਤੋਂ ਬਾਅਦ ਜੇ 4 ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ, ਬ੍ਰਿਜਿੰਗ ਵਰਕ ਪਰਮਿਟ ਲਈ। ਇਹ ਕੇਸ ਦੇ ਵਿੱਚ ਤੁਸੀਂ ਨਹੀਂ ਕਰ ਸਕੋਗੇ ਜੀ। ਸੋ ਸ਼ਾਇਦ AOR ਜਿਵੇਂ ਇਮੀਗ੍ਰੇਸ਼ਨ ਮਹਿਕਮੇ ਨੇ ਕਿਹਾ ਕਿ ਉਹ ਜੁਲਾਈ ਦੇ ਨੇੜੇ ਤੇੜੇ ਭੇਜਣਾ ਸ਼ੁਰੂ ਕਰ ਦੇਣਗੇ ਜੀ। ਪਹਿਲੀ ਗੱਲ ਤੇ ਮੈਂ ਫੇਰ ਆਉਣਾ ਜੀ, ਜਿਹੜੀ ਕਮੇਟੀ ਦੀ ਰਿਕਮੈਂਡੇਸ਼ਨ ਤੇ ਨਾਲ ਕਾਰਨ ਦੱਸਣਾ ਹੋਏਗਾ ਵੀ ਇਹ ਰਿਜੈਕਟ ਕਿਉਂ ਕੀਤਾ ਹੈਗਾ ਕੇਸ। ਬਿਲਕੁਲ। ਅੱਛਾ, ਹਾਂ,
ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਸ ਦੇ ਨੇ ਕੇਸ ਦੇ, ਉਹਨਾਂ ਨੂੰ ਹੋਰ ਤਰੀਕੇ ਨਾਲ ਹੁੰਦਾ ਹੈ। ਉਹ ਜਦੋਂ ਕੋਈ ਫੈਸਲਾ ਕਰਨਾ ਹੈ ਤਾਂ ਫੈਸਲੇ ਦੇ ਨਾਲ ਕਾਰਨ ਦੇਣੇ ਵੀ ਜ਼ਰੂਰੀ ਨੇ। ਠੀਕ ਹੈ। ਜਦੋਂ ਟੈਂਪਰੇਰੀ ਰੈਜ਼ੀਡੈਂਟ ਦਾ ਕੇਸ ਹੈ ਤਾਂ ਇਕੱਲਾ ਫੈਸਲਾ ਦੇਣਾ ਜ਼ਰੂਰੀ ਹੈ, ਕਾਰਨ ਨਾਲ ਦੇਣੇ ਜ਼ਰੂਰੀ ਨਹੀਂ ਹੈਗੇ ਹੈ। ਹੁਣ ਉਹ ਜੇ ਆਪਾਂ ਉਹ ਕੇਸ ਦੀ ਐਗਜ਼ਾਮਪਲ ਲਈਏ ਤਾਂ ਜੇ ਉਹਦੇ 'ਚ ਕਾਰਨ ਲਿਖੇ ਹੁੰਦੇ ਤਾਂ ਉਹ ਨਾਲ ਉਹਨੂੰ ਆਪਣੇ ਅਧਿਕਾਰ ਬਾਰੇ ਜਾਣਕਾਰੀ ਹੁੰਦੀ, ਉਹ MP ਕੋਲੇ ਨਾ ਜਾ ਕੇ ਕੋਰਟ ਦੇ ਵਿੱਚ ਜਾਂਦੇ। ਬਿਲਕੁਲ ਸਹੀ, ਕਿਉਂਕਿ ਜੇ ਪਰਮਨੈਂਟ ਰੈਜ਼ੀਡੈਂਸ ਦਾ ਕਿਸੇ ਦਾ ਵਿਆਹ ਦਾ ਕੇਸ ਰਿਫਿਊਜ਼ ਹੁੰਦਾ, ਉਹਦੇ ਥੱਲੇ ਕਲੀਅਰਲੀ ਮੈਂਸ਼ਨ ਹੁੰਦਾ ਨਾਲ ਐਡਾ ਪਰਚਾ ਹੁੰਦਾ ਜਿੱਥੇ ਲਿਖਿਆ ਹੁੰਦਾ ਤੇਰੇ ਫਲਾਣੇ ਫਲਾਣੇ ਹੱਕ ਨੇ, ਇੰਨੇ ਦਿਨਾਂ 'ਚ ਤੂੰ ਅਪੀਲ ਕਰਨੀ ਹੈ। ਇੰਨੇ 'ਚ ਜਦੋਂ ਪੁਲਿਸਮੈਨ ਆਪਾਂ ਟਿਕਟ ਦਿੰਦਾ, ਉਹੀ ਗੱਲ ਕਰਨ ਲੱਗਾ, ਉਹਦੇ ਟਿਕਟ ਮਗਲੇ ਪਾਸੇ ਸਾਰਾ ਕੁਝ ਲਿਖਿਆ, ਪੁਲਿਸ ਵਾਲਾ ਵੀ ਤੁਹਾਨੂੰ ਦੱਸਦਾ ਵੀ ਭਾਈ ਤੁਹਾਡੇ ਆਹ ਹੱਕ ਨੇ। ਬਿਲਕੁਲ ਸਹੀ। ਪਰ ਜਦੋਂ ਟੈਂਪਰੇਰੀ ਰੈਜ਼ੀਡੈਂਸ ਦਾ ਕੇਸ ਹੈ, ਜਿੱਥੇ ਵਰਕ ਪਰਮਿਟ ਹੈ, ਵਿਜ਼ਿਟਰ ਹੈ ਜਾਂ ਸਟੂਡੈਂਟ ਹੈ, ਉਹਦੇ ਨਾਲ ਇਹ ਜੀ ਕੋਈ ਚਿੱਠੀ ਨਹੀਂ ਆਉਂਦੀ, ਨਾ ਇਹ ਫੈਸਲੇ ਦੇ ਕੋਈ ਕਾਰਨ ਲਿਖੇ ਹੁੰਦੇ ਨੇ। ਉਹ ਕਾਰਨ ਤੁਸੀਂ ਬਾਅਦ 'ਚ ਮੰਗਾਉਂਦੇ ਹੈਗੇ। ਸੋ ਇਹ ਇੱਕ ਬਿਗ ਰਿਕਮੈਂਡੇਸ਼ਨ ਹੈਗੀ ਹੈ, ਇਹ ਬਹੁਤ ਜ਼ਿਆਦਾ ਨੀਡਡ ਹੈਗੀ ਹੈ। ਉਹ ਨੀਡਡ ਇਸ ਕਰਕੇ ਹੈ ਕਿਉਂਕਿ ਕਈ ਕੇਸਾਂ ਦੇ ਵਿੱਚੋਂ ਇਹ ਗੱਲ ਦਾ ਫੈਸਲਾ ਕਰਨਾ ਹੀ ਜਿਹੜਾ ਅਪੈਲੈਂਟ ਹੈਗਾ, ਜਿਹੜਾ ਅਪੀਲ ਕਰਨ ਵਾਲਾ ਹੈ, ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ ਕਿ ਮੈਨੂੰ ਰਿਫਿਊਜ਼ ਕਿਹੜੇ ਕਾਰਨ ਕਰਕੇ ਦਾ, ਮੈਂ ਕੋਰਟ ਜਾਣ ਦਾ ਮੈਨੂੰ ਫਾਇਦਾ ਵੀ ਹੋ ਰਿਹਾ ਕਿ ਨਹੀਂ ਹੋ ਰਿਹਾ। ਬਿਲਕੁਲ। ਸੋ ਉਹ ਜੇ ਫੈਸਲੇ ਦੇ ਕਾਰਨ ਨਾਲ ਲਿਖੇ ਨੇ ਤਾਂ ਉਹ ਇੱਕ ਰੀਜ਼ਨੇਬਲ ਅਸੈਸਮੈਂਟ ਕਰ ਸਕਦਾ ਹੈ ਕਿ ਮੈਨੂੰ ਕੋਰਟ ਜਾਣ ਦਾ ਫਾਇਦਾ ਹੈ ਜਾਂ ਨਹੀਂ ਹੈਗਾ। ਜੇ ਤਾਂ ਆਫੀਸਰ ਦਾ ਫੈਸਲਾ ਗਲਤ ਹੈ ਤੇ ਲਿਖਿਆ ਕਾਗਜ਼ ਤੇ ਕਿ ਗਲਤ ਸ਼ਰੇਆਮ ਪਤਾ ਲੱਗ ਰਿਹਾ, ਫਿਰ ਤਾਂ ਕੋਰਟ ਜਾਊਗਾ। ਬਿਲਕੁਲ। ਫਿਰ ਤਾਂ ਉਹਨੇ ਆਪਣੀ ਲੜਾਈ ਲੜਨੀ ਹੈ। ਪਰ ਕਿਉਂਕਿ ਇਹਨਾਂ ਚਿੱਠੀਆਂ ਦੇ ਉੱਤੇ ਫੈਸਲੇ ਦੇ ਕਾਰਨ ਨਹੀਂ ਲਿਖੇ ਹੁੰਦੇ, ਉਹ ਇੱਕ ਇੰਨੀ ਭੁਲੇਖਾ ਪਾਊ ਸਥਿਤੀ ਹੁੰਦੀ ਹੈ ਜਿੱਥੇ ਇਹੀ ਨਹੀਂ ਪਤਾ ਲੱਗਦਾ ਉਹ ਕੋਰਟ ਜਾਵੇ ਜਾਂ ਨਾ ਜਾਵੇ, ਜਾਂ ਜਿਵੇਂ ਉਹ ਕੇਸ ਦੇ ਵਿੱਚ ਹੋਇਆ ਇਹੀ ਨਹੀਂ ਪਤਾ ਉਹ ਕੋਰਟ ਜਾ ਵੀ ਸਕਦਾ ਕਿ ਨਹੀਂ ਜਾ ਸਕਦਾ ਹੈਗਾ। ਉਹ ਬਿਲਕੁਲ ਲਿਖਿਆ ਹੋਣਾ ਚਾਹੀਦਾ ਉਹਦੇ ਪਿੱਛੇ ਵੀ ਤੇਰਾ ਅਧਿਕਾਰ ਕੀ ਹੈ। ਬਟ ਜਿਹੜਾ ਫੈਸਲਾ ਇਮੀਗ੍ਰੇਸ਼ਨ ਆਫਿਸਰ ਕਰਦਾ ਜਿਹਦੇ 'ਚ ਇਹ ਹਜੇ ਤੱਕ ਅਧਿਕਾਰ ਨਹੀਂ ਹੈ ਕਿ ਤੁਸੀਂ ਜਾ ਸਕਦੇ ਹੋ ਜਾਂ ਨਹੀਂ ਜਾ ਸਕਦੇ ਹੋ, ਕਿ ਉਹ ਫੈਸਲੇ ਦੇ ਵਿੱਚ ਜਿਹੜਾ ਜਿਹਨੇ ਐਪਲੀਕੈਂਟ ਹੈਗਾ ਉਹਨੂੰ ਤਾਂ ਕੋਈ ਪਤਾ ਨਹੀਂ ਰਿਜੈਕਟ ਕਿਉਂ ਕੀਤਾ ਗਿਆ, ਪਰ ਉਹ ਫੈਸਲੇ 'ਚ ਉਹਨੇ ਆਪਦੇ ਰੈਕੋਰਡ ਦੇ ਵਿੱਚ ਲਿਖਿਆ ਹੁੰਦਾ ਵੀ ਕਿਹੜੇ ਕਾਰਨ ਕਰਕੇ ਰਿਜੈਕਟ ਕੀਤਾ। ਬਿਲਕੁਲ ਲਿਖਿਆ ਜੀ। ਉਹੀ ਚਾਹੁੰਦੇ ਨੇ ਕਿ ਜਿਹੜਾ ਉਹਨੇ ਆਪਦੇ ਰਿਕਾਰਡ 'ਚ ਲਿਖਿਆ ਉਹ ਨਾਲ ਚਿੱਠੀ ਤੇ ਵੀ ਲਿਖੇ। ਇਹ ਰਿਕਮੈਂਡੇਸ਼ਨ ਹੈਗੀ ਹੈ, ਇਹ ਬਹੁਤ ਜ਼ਿਆਦਾ ਜ਼ਰੂਰੀ ਰਿਕਮੈਂਡੇਸ਼ਨ ਹੈ ਕਿਉਂਕਿ ਇਹਦੇ ਨਾਲ ਪ੍ਰੋਸੀਜਰਲੀ ਫੇਅਰ ਪ੍ਰੋਸੈਸ ਦਿਸਦਾ ਹੈ। ਹੁਣ ਤੁਸੀਂ ਲਿਖ ਦੋਗੇ ਤੈਨੂੰ ਰਿਫਿਊਜ਼ ਕੀਤਾ ਜਾਂਦਾ, ਕਾਰਨ ਤੁਸੀਂ ਨਾ ਦੱਸੋ, ਤਾਂ ਬਿਲਕੁਲ ਪ੍ਰੋਸੀਜਰਲੀ ਫੇਅਰ ਨਹੀਂ ਹੈਗਾ। ਜੇ ਪਰਮਨੈਂਟ ਰੈਜ਼ੀਡੈਂਸ ਦਾ ਜਾਂ ਸਿਟੀਜ਼ਨ ਦੇ ਕੇਸ ਨੇ ਉਹਦੇ 'ਚ ਪੂਰਾ ਡਿਟੇਲ ਲਿਖੀ ਹੁੰਦੀ ਹੈ ਕਿਉਂ ਕਰਕੇ ਕਰਿਆ। ਇੱਕ ਪਾਸੇ ਨਹੀਂ ਹੈ। ਹਾਂਜੀ, ਕਿਉਂਕਿ ਫਿਰ ਉਹੀ ਗੱਲ, ਵਿਦੇਸ਼ੀਆਂ ਦੇ ਅਧਿਕਾਰ ਹੋਰ ਨੇ ਤੇ ਕੈਨੇਡੀਅਨਸ ਦੇ ਅਧਿਕਾਰ ਹੋਰ ਨੇ, ਉਹ ਵੱਖਰੇ ਤੌਰ ਤੇ ਦੇਖਿਆ ਜਾਂਦਾ। ਦੂਜੀ ਇੱਕ ਜਿਹੜੀ ਬਹੁਤ ਵੱਡੀ ਰਿਕਮੈਂਡੇਸ਼ਨ ਹੈਗੀ ਹੈ ਉਹ ਇਹ ਹੈਗੀ ਹੈ ਕਿ ਸੁਪਰ ਵੀਜ਼ੇ ਦੀ ਤਰਜ਼ ਦੇ ਉੱਤੇ ਜਿਹੜੇ ਲੋਕ ਸਪਾਊਸ ਦਾ ਕੇਸ ਅਪਲਾਈ ਕਰਦੇ ਨੇ, ਵਿਆਹ ਦੇ ਕੇਸ ਅਪਲਾਈ ਕਰਦੇ ਨੇ, ਉਹਨਾਂ ਨੂੰ ਉਸੇ ਤਰਜ਼ ਤੇ ਇੱਕ ਵੀਜ਼ਾ ਦੇ ਦਿੱਤਾ ਜਾਵੇ ਤਾਂ ਕਿ ਜਦੋਂ ਤੱਕ ਉਹਨਾਂ ਦੇ ਕੇਸ ਦਾ ਫੈਸਲਾ ਹੋ ਰਿਹਾ ਹੈ ਉਦੋਂ ਤੱਕ ਉਹ ਆ ਕੇ ਆਪਣੇ ਹਸਬੈਂਡ ਜਾਂ ਵਾਈਫ ਨਾਲ ਕੈਨੇਡਾ 'ਚ ਸਮਾਂ ਗੁਜ਼ਾਰ ਸਕਣ। ਹੁਣ ਕਿਉਂਕਿ ਕੇਸ ਨੂੰ ਕਈ ਵਾਰੀ ਬਹੁਤ ਸਮਾਂ ਲੱਗ ਜਾਂਦਾ, ਉਹਨਾਂ ਨੂੰ ਵੱਖਰੇ ਰਹਿਣਾ ਪੈਂਦਾ, ਤਾਂ ਕਿ ਉਹਨਾਂ ਨੂੰ ਇਹੋ ਜਿਹਾ ਵੀਜ਼ਾ ਦੇ ਦਿੱਤਾ ਜਾਵੇ ਜਿੱਥੇ ਕਿ ਉਹ 2 ਸਾਲ ਜਾਂ ਸਾਲ ਉਹਦੇ ਨਾਲ ਰਹਿ ਸਕਦੇ ਨੇ। ਉਹ ਤੋਂ ਬਾਅਦ ਜੇ ਉਹਨਾਂ ਦਾ ਨਹੀਂ ਹੁੰਦਾ ਤਾਂ ਉਹਨੂੰ ਵਾਪਸ ਭੇਜ ਦਿੱਤਾ ਜਾਵੇ। ਸੋ ਇੱਕ ਇਹ ਰਿਕਮੈਂਡੇਸ਼ਨ ਹੈਗੀ ਹੈ। ਪਰ ਇਹ ਸਮਾਂ ਵੀ ਹੋ ਚੱਲਿਆ ਤੇ ਤੁਸੀਂ ਥੋੜਾ ਜਿਹਾ ਰੈਪ ਅਪ ਕਰੋ। ਹਾਂਜੀ ਬਿਲਕੁਲ ਜੀ। ਸੋ ਇਹ ਰਿਕਮੈਂਡੇਸ਼ਨ ਹੋਣ ਨਾਲ ਕੀ ਫਾਇਦਾ ਹੋਣਾ ਹੈ ਕਿ ਜਦੋਂ ਵਿਆਹ ਹੋ ਗਿਆ ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪੈਣਾ, ਜਦੋਂ ਹੀ ਵਿਆਹ ਹੋ ਗਿਆ ਸਪਾਊਸ ਤੁਹਾਡੇ ਨਾਲ ਆ ਗਿਆ, ਉਹ ਤੋਂ ਬਾਅਦ ਕੇਸ ਹੈ ਜਿਹੜਾ ਉਹ ਚੱਲਦਾ ਜਾਊਗਾ ਜੀ। ਸੋ ਇਹ ਰਿਕਮੈਂਡੇਸ਼ਨ ਵੀ ਇੱਕ ਬਹੁਤ ਵਧੀਆ ਰਿਕਮੈਂਡੇਸ਼ਨ ਹੈ, ਪਰ ਇਹ ਲਾਗੂ ਹੋਣਗੀਆਂ ਕਿ ਨਹੀਂ ਹੋਣਗੀਆਂ ਇਹ ਆਪਾਂ ਨੂੰ ਨਹੀਂ, ਹਾਲੇ ਕੋਈ ਨਹੀਂ ਪਤਾ ਹੈਗਾ। ਤੇ ਦੂਜੀ ਡਿਜੀਟਾਈਜੇਸ਼ਨ ਦੇ ਉੱਤੇ ਗੱਲ ਕੀਤੀ ਹੈ ਕਿ ਪ੍ਰੋਸੈਸ ਨੂੰ ਵੱਧ ਤੋਂ ਵੱਧ ਜਿਹੜਾ ਉਹ ਡਿਜੀਟਲ ਬਣਾਇਆ ਜਾਵੇ। ਡਿਜੀਟਲ ਬਣਾਉਣ ਨਾਲ ਇਹ ਫਾਇਦਾ ਹੋਣਾ ਜੀ ਕਿ ਜੇ ਕੋਈ ਅਫਸਰ ਘਰੋਂ ਵੀ ਕੰਮ ਕਰ ਰਿਹਾ ਹੈ ਤਾਂ ਉਹਨੂੰ ਫਿਜ਼ੀਕਲ ਫਾਈਲ ਦੀ ਲੋੜ ਨਹੀਂ, ਤਾਂ ਉਹ ਕੰਪਿਊਟਰ ਤੇ ਦੇਖ ਕੇ ਫੈਸਲਾ ਕਰ ਸਕਦਾ, ਤਾਂ ਕਿ ਲੋਕਾਂ ਦੇ ਨੂੰ ਦਫ਼ਤਰ ਬੁਲਾਉਣ ਦੀ ਜ਼ਰੂਰਤ ਨਾ ਪਵੇ, ਕਿਉਂਕਿ ਸਮਾਂ ਅੱਗੇ ਕਿਵੇਂ ਆਉਂਦਾ ਹੈ ਪਤਾ ਨਹੀਂ ਹੈਗਾ। ਹਾਂ, ਇਹ ਵੀ ਇੱਕ ਰਾਈਟ ਡਾਇਰੈਕਸ਼ਨ ਨੂੰ ਹੈਗਾ ਜਿੱਥੇ ਕਿ ਜੇ ਡਿਜੀਟਾਈਜੇਸ਼ਨ ਦੇ ਉੱਤੇ ਹੁੰਦਾ ਕਿ ਆਪਾਂ ਪੇਪਰ ਐਪਲੀਕੇਸ਼ਨ ਭੇਜੀ, ਉਹ ਤੋਂ ਬਾਅਦ ਕਿਸੇ ਨੇ ਉਹਨੂੰ ਸਕੈਨ ਕਰਕੇ ਤੇ ਅਫਸਰ ਨੂੰ ਭੇਜਤਾ, ਉਹ ਫੈਸਲਾ ਕਰ ਰਿਹਾ ਹੈ, ਉਹਦੇ ਨਾਲ ਆਫਿਸ ਸਪੇਸ ਦੀ ਬਚਤ ਹੋਊਗੀ, ਲੋਕਾਂ ਦਾ ਕੰਮ ਤੇ ਆਉਣ ਜਾਣ ਦਾ ਕੰਮ ਵੀ ਘਟੂਗਾ। ਇਹ ਵੀ ਚੰਗੀ ਰਿਕਮੈਂਡੇਸ਼ਨ ਹੈ। ਇਹਦੇ 'ਚ ਬਜਟ 'ਚ ਪ੍ਰੋਵੀਜ਼ਨਸ ਰੱਖੀਆਂ ਗਈਆਂ ਨੇ, ਪਰ ਪਰਟੀਕੂਲਰ ਮਾਮਲੇ ਦੇ ਉੱਤੇ ਹਾਲੇ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਜੀ। ਤੇ ਅਖੀਰ 'ਚ ਕੀ ਕਹਿਣਾ ਚਾਹੋਗੇ ਜੀ? ਹਾਂ, ਜਿਵੇਂ ਮੈਂ ਸਟਾਰਟ 'ਚ ਕਿਹਾ ਸੀ ਜੀ ਕਿ ਇਮੀਗ੍ਰੇਸ਼ਨ ਲਾਅ ਹੈਗਾ, ਇਮੀਗ੍ਰੇਸ਼ਨ ਕੋਈ ਸਰਵਿਸ ਨਹੀਂ ਹੈਗੀ ਹੈ। ਸੋ ਤੁਸੀਂ ਜਿਹੜਾ ਕੰਪੀਟੈਂਟ ਲੀਗਲ ਕਾਉਂਸਲ ਹੈ ਉਹਦੇ ਤੋਂ ਐਡਵਾਈਸ ਲੈ ਕੇ ਹੀ ਅੱਗੇ ਗੱਲ ਕਰਿਆ ਕਰੋ ਜੀ। ਕੋਈ ਵੀ ਮਾਮਲਾ, ਕਈ ਵਾਰੀ ਲੋਕ ਸੋਚਦੇ ਅਸੀਂ ਕੁਆਲੀਫਾਈ ਨਹੀਂ ਕਰਦੇ, ਉਹ ਕਰ ਰਹੇ ਹੁੰਦੇ ਨੇ, ਕਈ ਵਾਰੀ ਸੋਚਦੇ ਅਸੀਂ ਕਰਦੇ ਹਾਂ ਤਾਂ ਨਹੀਂ ਕਰ ਰਹੇ ਹੁੰਦੇ ਹੈਗੇ। ਸੋ ਜਿਹੜੀ ਰਾਈਟ ਐਡਵਾਈਸ ਹੈਗੀ ਹੈ ਉਹ ਤੁਹਾਨੂੰ ਇੱਕ ਕੰਪੀਟੈਂਟ ਕਾਉਂਸਲ ਤੋਂ ਹੀ ਮਿਲ ਸਕਦੀ ਹੈ।
ਬਾਕੀ ਇਨਫੋਰਮੇਸ਼ਨ ਤੇ ਕਦੇ ਵੀ ਤੁਹਾਨੂੰ ਨਹੀਂ ਐਕਟ ਕਰਨਾ ਚਾਹੀਦਾ ਜੀ। ਬਹੁਤ ਥਿਨ ਲਾਈਨ ਹੁੰਦੀ ਹੈ ਇਨਫੋਰਮੇਸ਼ਨ ਤੇ ਐਡਵਾਈਸ ਦੇ ਵਿੱਚੋਂ। ਸੋ ਇੱਕ ਜਾਣਕਾਰੀ ਹੈ, ਇੱਕ ਸਲਾਹ ਹੈਗੀ ਹੈ, ਸੋ ਜਿਹੜੀ ਸਲਾਹ ਹੈ ਉਹੀ ਮੰਨਣੀ ਜਾਣੀ ਚਾਹੀਦੀ ਹੈ। ਜਾਣੀ ਦੀ WhatsApp ਯੂਨੀਵਰਸਿਟੀ ਨੂੰ ਥੋੜਾ ਅਵੋਇਡ ਕੀਤਾ ਜਾਵੇ, ਥੋੜਾ ਜਿਹਾ ਬਿਲਕੁਲ ਅਵੋਇਡ ਕਰਨਾ ਚਾਹੀਦਾ ਜੀ। ਖਹਿਰਾ ਸਾਹਿਬ ਥੈਂਕ ਯੂ ਵੈਰੀ ਮਚ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ। ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।